ਪੰਜਾਬੀ ਨੈਸ਼ਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਹਾਜ਼ਰ ਹਾਂ। ਇਸ ਵਾਰ ਇਸ ਪ੍ਰੋਗਰਾਮ ਵਿੱਚ ਸਰਦਾਰ ਮਹਿੰਦਰ ਸਿੰਘ ਗਰੇਵਾਲ ਸਾਡੇ ਨਾਲ ਹਾਜ਼ਰ ਨੇ। ਉਹਨਾਂ ਨਾਲ ਬਹੁਤ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਨੀ ਹੈ। ਅੱਜ ਦੇ ਮੁੱਦਿਆਂ ਵਿੱਚ ਸ਼ਾਇਰ ਰਹੇਗਾ ਕਿਸਾਨੀ ਦਾ ਮੁੱਦਾ, NDA ਨਾਲੋਂ ਅਕਾਲੀ ਦਲ ਬਾਦਲ ਦਾ ਤੋੜ ਵਿਛੋੜਾ ਅਤੇ ਹੋਰ ਕਈ ਮੁੱਦੇ ਜਿਨ੍ਹਾਂ 'ਤੇ ਅਸੀਂ ਡਿਟੇਲ ਨਾਲ ਗੱਲਬਾਤ ਕਰਨੀ ਹੈ। ਗਰੇਵਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਰੇਵਾਲ ਸਾਹਿਬ, ਕਿਸਾਨੀ ਮੁੱਦੇ ਤੋਂ ਇਲਾਵਾ ਇਸ ਵੇਲੇ ਵੱਡਾ ਮੁੱਦਾ ਭਾਰਤ ਵਿੱਚ ਤੇ ਮੈਨੂੰ ਪਤਾ ਨਹੀਂ, ਸ਼ਾਇਦ ਕਿਸੇ ਲਈ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਅਤੇ ਦੀਪਿਕਾ ਪਾਦੂਕੋਣ ਅਤੇ ਰੀਆ ਚੱਕਰਵਰਤੀ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਨਾਮ ਨੇ। ਕੁਝ ਮੀਡੀਆ ਵਾਸਤੇ ਇਹ ਨਾਮ ਬੜੇ ਅਹਿਮ ਨੇ, ਕਿਸਾਨੀ ਮੁੱਦਿਆਂ ਤੋਂ ਵੀ ਅਹਿਮ। ਕਿਸਾਨ ਨੂੰ ਅੰਨਦਾਤਾ ਵੀ ਕਿਹਾ ਗਿਆ, ਰੀੜ੍ਹ ਦੀ ਹੱਡੀ ਵੀ ਕਿਹਾ ਗਿਆ। ਸਰਕਾਰਾਂ ਦਾ ਧਿਆਨ ਕਿੰਨਾ ਕੁ ਹੈ ਅਤੇ ਪਾਰਟੀਆਂ ਇਸ ਬਾਰੇ ਕੀ ਕਰ ਰਹੀਆਂ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਇਹ ਦੱਸੋ, ਜੋ ਪਿਛਲੇ ਦਿਨੀ ਬੰਦ ਰੱਖਿਆ ਗਿਆ ਉਸ ਬਾਰੇ ਅਸੀਂ ਹੋਰ ਪ੍ਰੋਗਰਾਮਾਂ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਜਿਹੜੀ ਆਪਣੇ ਦਰਸ਼ਕਾਂ ਨੂੰ ਦੇ ਚੁੱਕੇ ਹਾਂ, ਪਰ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਇਸ ਬੰਦ ਦੇ ਅੰਦੋਲਨ ਨੂੰ, ਉਸ ਇੱਕ ਦਿਨ ਦੇ ਅੰਦੋਲਨ ਨੂੰ, ਜਿਵੇਂ ਅੱਜ ਵੀ ਧਰਨੇ ਕਈ ਜਗ੍ਹਾ 'ਤੇ ਜਾਰੀ ਨੇ, ਕਈ ਜਗ੍ਹਾ 'ਤੇ ਪੋਲੀਟੀਕਲ ਪਾਰਟੀਆਂ ਦਾ ਸੱਦਾ ਹੈ, ਕਲਾਕਾਰਾਂ ਦਾ ਸੱਦਾ ਹੈ, ਕਿਸਾਨ ਜਥੇਬੰਦੀਆਂ ਦਾ ਸੱਦਾ ਹੈ, ਕਿਵੇਂ ਦੇਖਦੇ ਹੋ ਉਸ 25 ਦਸੰਬਰ ਦੇ ਬੰਦ ਨੂੰ? ਜਿਹੜਾ ਇਹ ਬੰਦ ਹੈ, ਇਹਨੂੰ ਦੋ ਤਿੰਨ ਐਂਗਲਾਂ ਤੋਂ ਦੇਖਣ ਦੀ ਜ਼ਰੂਰਤ ਹੈ। ਪਹਿਲਾਂ ਤਾਂ ਇਹ ਹੈ ਵੀ ਜਿਹੜਾ ਕਿਸਾਨਾਂ ਵੱਲੋਂ ਇਹ ਬੰਦ ਕੀਤਾ ਗਿਆ ਹੈ ਜੀ, ਉਹ ਉਹਨਾਂ ਵੱਲੋਂ ਬਿਲਕੁਲ ਜਾਇਜ਼ ਹੈ, ਕਿਉਂਕਿ ਇੰਨਾ ਵੱਡਾ ਧੱਕਾ ਹੋਇਆ ਹੈ ਜੀ, ਅਤੇ ਇੱਕ ਡੈਮੋਨਸਟ੍ਰੇਸ਼ਨ ਕਰਕੇ ਉਸ ਚੀਜ਼ ਦੇ ਖਿਲਾਫ ਪ੍ਰੋਟੈਸਟ ਕਰਨਾ, ਇਹ ਹਰੇਕ ਜਥੇਬੰਦੀ ਦਾ, ਹਰੇਕ ਇਨਸਾਨ ਦਾ ਹੱਕ ਹੈ ਜੀ। ਸੋ ਉਹਨਾਂ ਨੇ ਇੱਕ ਆਪਣੀ ਡੈਮੋਨਸਟ੍ਰੇਸ਼ਨ ਕਰਨ ਦਾ ਕਿਸਾਨਾਂ ਨੇ ਇਹ ਢੰਗ ਰੱਖਿਆ ਜੀ। ਅਤੇ ਜੇ ਦੂਜੇ ਐਂਗਲ ਤੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਆਮ ਲੋਕ ਹੈ, ਖਾਸ ਕਰਕੇ ਸ਼ਹਿਰਾਂ ਦੇ ਵਿੱਚ, ਜਿਵੇਂ ਗੁਰਦਾਸਪੁਰ ਦਾ, ਪਠਾਨਕੋਟ ਦਾ ਇਲਾਕਾ ਹੈ, ਉਸ ਇਲਾਕੇ ਦੇ ਵਿੱਚ ਇਹਦਾ ਇਫੈਕਟ ਘੱਟ ਹੋਇਆ ਹੈ। ਅੱਛਾ ਜੀ। ਉਹਦੇ 'ਚ ਦੇਖਣ 'ਚ ਇਹ ਗੱਲ ਆਈ ਹੈ ਵੀ ਆਮ ਜਦੋਂ ਕਈ ਬੰਦ ਹੁੰਦੇ ਆ ਕੋਈ ਪੋਲੀਟੀਕਲ ਪਾਰਟੀਜ਼ ਵੱਲੋਂ ਜਾਂ ਕਈ ਹੋਰ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਕਿ ਲੋਕਾਂ ਦੇ ਨਾਲ ਧੱਕਾ ਕਰਦੀਆਂ ਨੇ, ਉੱਥੇ ਜਾ ਕੇ ਡਾਂਗਾ ਲੈ ਕੇ ਮਾਰਕੀਟਾਂ ਬੰਦ ਕਰਾਉਂਦੀਆਂ ਨੇ, ਉਹ ਲੋਕ ਉਹ ਤਾਂ ਬਹੁਤ ਛੇਤੀ ਕਰਦੇ ਆ ਜੀ। ਪਰ ਜੇ ਹੁਣ ਕਿਸਾਨਾਂ ਨੇ ਆਪਣੀ ਬਿਲਕੁਲ ਹੱਕੀ ਮੰਗਾਂ ਲਈ ਕੀਤਾ ਜੀ, ਪਰ ਉਹਨਾਂ ਨੇ ਜ਼ਬਰਦਸਤੀ ਧੱਕੇ ਨਾਲ ਕਿਸੇ ਦੀਆਂ ਦੁਕਾਨਾਂ ਬੰਦ ਨਹੀਂ ਕਰਵਾਈਆਂ, ਬਿਲਕੁਲ। ਉਸ ਕਾਰਨ ਕਾਫੀ ਬੰਦਿਆਂ ਨੇ, ਖਾਸ ਕਰਕੇ ਵੱਡੇ ਸ਼ਹਿਰਾਂ ਦਾ ਜਿਹੜਾ ਅੰਦਰੂਨੀ ਇਲਾਕੇ ਨੇ, ਪੁਰਾਣੇ ਬਾਜ਼ਾਰ ਨੇ, ਉਹਨਾਂ ਦੇ ਵਿੱਚ ਇਹ ਖੁੱਲ੍ਹੀਆਂ ਰਹੀਆਂ ਨੇ। ਹਾਲਾਂਕਿ ਇਹ ਕਿਹਾ ਗਿਆ ਸੀ ਕਿ ਵਪਾਰ ਮੰਡਲ ਜਿਨ੍ਹਾਂ ਵਿੱਚ ਆੜ੍ਹਤੀਆਂ ਦੀ ਯੂਨੀਅਨ ਵੀ ਹੈ ਅਤੇ ਕੁਛ ਹੋਰ ਕਿਰਤੀ ਕਾਮੇ ਜਿਹੜੇ ਨੇ ਜਾਂ ਪੱਲੇਦਾਰ ਜਿਹੜੇ ਨੇ, ਜਿਵੇਂ ਮੰਡੀਆਂ ਦਾ ਕੰਮ ਹੁਣ ਚੱਲੇਗਾ, ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਉਹ ਵੀ ਨਾਲ ਜੁੜੇ ਸਨ। ਇਸ ਬਾਰੇ ਕੀ ਸੱਚਾਈ ਹੈ? ਦੇਖੋ, ਜਿਹੜੇ ਆੜ੍ਹਤੀਏ ਨੇ ਜਾਂ ਪੱਲੇਦਾਰ ਹੈ, ਉਹਨਾਂ ਦਾ ਜਿਹੜਾ ਕਾਰੋਬਾਰ ਹੈ ਉਹ ਜ਼ਿਆਦਾਤਰ ਪਿੰਡਾਂ 'ਚ, ਛੋਟੇ ਕਸਬਿਆਂ 'ਚ ਜਾਂ ਸ਼ਹਿਰਾਂ ਦੇ ਵਿੱਚ ਵੀ ਜਿਹੜੀਆਂ ਮੰਡੀਆਂ ਨੇ ਉਹ ਆਮ ਤੌਰ 'ਤੇ ਬਾਹਰਲੇ ਇਲਾਕਿਆਂ ਦੇ ਵਿੱਚ ਸਥਾਪਿਤ ਹੋਈਆਂ ਨੇ। ਪਰ ਜਿਹੜਾ ਸ਼ਹਿਰ ਦੇ ਅੰਦਰ ਜਿਹੜੀਆਂ ਦੂਸਰੀਆਂ ਦੁਕਾਨਾਂ ਨੇ ਆਮ ਪਰਚੂਨ ਵਾਲੀਆਂ, ਜਿਨ੍ਹਾਂ ਦੇ ਕਿਸਾਨੀ ਨਾਲ ਜਾਂ ਇਹਨਾਂ ਨਾਲ ਨਹੀਂ ਵਾਸਤਾ, ਉਹ ਖੁੱਲ੍ਹੀਆਂ ਸੀ। ਖਾਸ ਕਰਕੇ ਜਿਹੜੇ BJP ਦੇ ਨਾਲ ਰਿਲੇਟਡ ਲੋਕ ਹੈ, ਉਹਨਾਂ ਨੇ ਇਹ ਕੋਸ਼ਿਸ਼ ਵੀ ਕੀਤੀ ਹੈ ਅੰਦਰੂਨੀ ਤੌਰ 'ਤੇ ਕਿ ਉਹ ਕੁਛ ਬਾਜ਼ਾਰ ਜਿਹੜੇ ਹੈਗੇ ਉਹ ਬੰਦ ਨਾ ਕਰਨ। ਖਾਸ ਕਰਕੇ ਜੇ ਮੈਂ ਪਠਾਨਕੋਟ ਦੀ ਪਹਿਲਾਂ ਗੱਲ ਕੀਤੀ ਸੀ, ਉਸ ਇਲਾਕੇ ਦੇ ਵਿੱਚ ਵੀ BJP ਦਾ ਕਾਫੀ ਜ਼ੋਰ ਹੈ, ਬਿਲਕੁਲ, ਅਤੇ ਉਹਦਾ ਵੀ ਪ੍ਰਭਾਵ ਰਿਹਾ ਹੈਗਾ ਕਿ ਉਸ ਇਲਾਕੇ ਦੇ ਵਿੱਚ ਗੁਰਦਾਸਪੁਰ ਦਾ ਜਿਹੜਾ ਨੌਰਦਰਨ ਪੋਰਸ਼ਨ ਹੈ ਅਤੇ ਨਾਲ ਲੱਗਦਾ ਪਠਾਨਕੋਟ ਦਾ ਏਰੀਆ, ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਸੀਗੇ ਬਾਜ਼ਾਰ ਕੁਛ ਖੁੱਲ੍ਹੇ ਰਹੇ ਹੈ ਜੀ। ਅਤੇ ਤੀਸਰੀ ਗੱਲ ਇਹਦੇ ਜਿਹੜਾ ਬੰਦ ਹੈ, ਜਿਹੜਾ ਪੰਜਾਬ ਅਤੇ ਹਰਿਆਣਾ ਜਿਹੜੇ ਵੱਡੇ ਸ਼ਹਿਰ ਨੇ, ਇਹਨਾਂ ਵਿੱਚ ਸਥਿਤੀ ਕਿਹੋ ਜਿਹੀ ਰਹੀ ਹੈ? ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ। ਅੰਮ੍ਰਿਤਸਰ ਕੰਪੈਰੇਟਿਵਲੀ ਬੰਦ ਠੀਕ ਸੀਗਾ ਜੀ। ਲੁਧਿਆਣਾ, ਪਟਿਆਲਾ ਵਗੈਰਾ ਜਿਹੜੇ ਇੱਧਰਲਾ ਪਾਸਾ ਹੈਗਾ, ਇਹਦੇ 'ਚ ਜਿਹੜਾ ਅੰਦਰੂਨੀ ਸ਼ਹਿਰ ਹੈ ਉਹਦੇ 'ਚ ਤਕਰੀਬਨ 50% ਦੇ ਆਸ-ਪਾਸ ਦੁਕਾਨਾਂ ਖੁੱਲ੍ਹੀਆਂ ਰਹੀਆਂ ਨੇ ਅੰਦਰਲੇ ਬਾਜ਼ਾਰਾਂ 'ਚ। ਜਿਹੜੇ ਬਾਹਰਲੇ ਏਰੀਆਜ਼ ਹੈ, ਜਿਹਨੂੰ ਅਸੀਂ ਕਹਿ ਲਓ ਵੀ ਜਿੱਥੇ ਪਿੰਡਾਂ ਦਾ ਪ੍ਰਭਾਵ ਜ਼ਿਆਦਾ ਹੈਗਾ, ਉਹਨਾਂ ਦੇ ਵਿੱਚ ਇਹ ਜ਼ਿਆਦਾ ਕਾਮਯਾਬ ਸੀ। ਕਿਤੇ ਕੋਈ ਇਸ ਤਰ੍ਹਾਂ ਦਾ ਧੱਕਾ ਕਿਤੇ ਸੁਣਿਆ ਹੋਵੇ ਜਾਂ ਹਿੰਸਕ ਵਾਰਦਾਤ ਕਿਸਾਨਾਂ ਵੱਲੋਂ ਸੁਣੀ ਗਈ ਹੋਵੇ? ਨਹੀਂ, ਇਹੋ ਜਿਹੀ ਕੋਈ ਵਾਰਦਾਤ ਨਹੀਂ ਹੋਈ। ਕਿਸਾਨਾਂ ਨੇ ਇਸ ਗੱਲੋਂ ਬਹੁਤ ਪੀਸਫੁਲ ਉਹਨਾਂ ਨੇ ਬੰਦ ਰੱਖਿਆ ਹੈਗਾ, ਕੋਈ ਉਸ ਤਰ੍ਹਾਂ ਦਾ ਧੱਕਾ ਕਿਸੇ ਨਾਲ ਨਹੀਂ ਕੀਤਾ। ਇਹ ਇਹਨਾਂ ਦਾ ਇੱਕ ਬਹੁਤ ਪੋਜ਼ੀਟਿਵ ਪੱਖ ਹੈ ਜਿਹੜਾ ਕਿ ਸਾਹਮਣੇ ਆਇਆ ਸਾਡੇ ਪੰਜਾਬ 'ਚ। ਹੁਣ ਰਾਜਨੀਤਿਕ ਪਾਰਟੀਆਂ ਦੀ ਗੱਲ ਕਰਦੇ ਹਾਂ ਕਿ ਇਸ ਬੰਦ ਦੇ ਵਿੱਚ ਉਹਨਾਂ ਦਾ ਕੀ ਸਟੈਂਡ ਰਿਹਾ ਜੀ? ਪੰਜਾਬ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਜਿਹੜੀਆਂ, BJP ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕਿਉਂ, ਤਾਂ ਉਹਦੇ ਬੰਦ ਦੇ ਉਲਟੀ ਸੀ। ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਮੇਨ ਜਿਹੜੀਆਂ ਪੰਜਾਬ ਦੀਆਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਤਿੰਨਾਂ ਨੇ ਬੰਦ ਦਾ ਪੂਰਾ ਸਮਰਥਨ ਕੀਤਾ। ਪਰ ਨਾਲ ਨਾਲ ਉਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਬੰਦ ਦੀ ਇਸ਼ੂਜ਼ ਨੂੰ ਹਾਈਲਾਈਟ ਕਰਨ ਦੇ ਥਾਂ 'ਤੇ ਉਹ ਆਪ ਦਾ ਜਿਹੜਾ ਰੋਲ ਹੈ ਉਹਨੂੰ ਜ਼ਿਆਦਾ ਹਾਈਲਾਈਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਕਿਸਾਨਾਂ ਦੀ ਹਮਾਇਤ ਘੱਟ ਅਤੇ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਤਿੰਨਾਂ ਪੋਲੀਟੀਕਲ ਪਾਰਟੀਜ਼ ਦੀ ਮੇਨ ਜਿਹੜੀ ਹੈਗੀ, ਇਹ ਉਹਨਾਂ ਦੀ ਆਪ ਦੀ ਕੋਸ਼ਿਸ਼ ਰਹੀ ਹੈ ਕਿ ਅਸੀਂ ਆਪਣੇ ਆਪ ਨੂੰ ਦੇਖ ਕੇ ਦਿਖਾਈਏ ਕਿ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਰਹੇ ਹਾਂ ਅਤੇ ਇਹਦੇ ਲਈ ਕੰਮ ਕਰ ਰਹੇ ਹਾਂ। ਕਿਤੇ ਇਹੋ ਜਿਹੀਆਂ ਰਿਪੋਰਟਸ ਵੀ ਆਈਆਂ ਨੇ ਜਿੱਥੇ ਕਿਸਾਨ ਜਥੇਬੰਦੀਆਂ ਨੇ ਜਿਹੜੇ ਧਰਨੇ ਲਾਏ ਹੋਏ ਸੀ, ਉੱਥੇ ਪੋਲੀਟੀਕਲ ਪਾਰਟੀਆਂ ਨੂੰ ਆਖਿਆ ਗਿਆ ਕਿ ਤੁਸੀਂ ਇਹ ਜਿਹੜੀ ਪੋਲੀਟੀਕਲ ਪਾਰਟੀਆਂ ਵਾਲਾ ਝੋਲਾ ਹੈ ਜਾਂ ਟੋਪੀ ਹੈ ਜਾਂ ਪੱਗ ਹੈ ਜਾਂ ਰੰਗ ਹੈ, ਇਹਨੂੰ ਘਰੇ ਛੱਡ ਕੇ ਆਓ ਅਤੇ ਫਿਰ ਸਾਡੇ ਧਰਨੇ 'ਚ ਆਓ। ਇਹ ਕਈ ਥਾਵਾਂ 'ਤੇ ਹੋਇਆ ਜੀ,
ਤੇ ਕਾਫੀ ਹੱਦ ਤੱਕ ਜਾਇਜ਼ ਵੀ ਹੈ, ਕਿਉਂਕਿ ਹੁਣ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਨੇ ਇਹ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਕੋਈ ਧਰਨੇ ਜਾਂ ਕੋਈ ਪ੍ਰੋਟੈਸਟ ਸ਼ੁਰੂ ਨਹੀਂ ਸੀ ਕੀਤੇ ਜੀ ਸ਼ੁਰੂ ਕਿਸਾਨਾਂ ਨੇ ਆਪਣੇ ਲੈਵਲ ਤੇ ਕੀਤੇ। ਜੀ ਉਹਨਾਂ ਨੇ ਇਹ ਫੀਲ ਕੀਤਾ ਕਿ ਇਹ ਬਿੱਲ ਸਾਡੇ ਲਈ ਘਾਤਕ ਹੋ ਸਕਦੇ ਆ। ਪੋਲੀਟੀਕਲ ਪਾਰਟੀਆਂ ਪਹਿਲਾਂ ਇਹਨਾਂ ਦੇ ਨਾਲ ਰਲਣ ਨੂੰ ਤਿਆਰ ਨਹੀਂ ਸੀ, ਇਹਨਾਂ ਮੰਗਾਂ ਨੂੰ ਮੂਹਰੇ ਲੈ ਕੇ ਆਉਣ ਦੇ ਲਈ ਕੋਈ ਵੀ ਤਿਆਰ ਨਹੀਂ ਸੀ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਲੋਕਾਂ ਦਾ ਰੌਹ ਇੰਨਾ ਵੱਧ ਚੁੱਕਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹ ਲੱਗੂਗਾ ਕਿ ਸਾਡਾ ਨੁਕਸਾਨ ਹੋ ਜਾਊਗਾ ਪੋਲੀਟੀਕਲੀ, ਇਹ ਸੋਚ ਕੇ ਫਿਰ ਉਹਨਾਂ ਨੇ ਇਸ ਪਾਸੇ ਨੂੰ ਆਪਣਾ ਝੁਕਾਅ ਦਿਖਾਉਣਾ ਸ਼ੁਰੂ ਕਰਤਾ ਤੇ ਹਾਜ਼ਰੀਆਂ ਲਵਾਉਣੀਆਂ ਸ਼ੁਰੂ ਕਰਤੀਆਂ। ਇਸ ਚੀਜ਼ ਨੂੰ ਸਮਝਦੇ ਹੋਏ ਕਿਸਾਨਾਂ ਨੇ ਉਹਨਾਂ ਨੂੰ ਨਾ ਕਰਨੀ ਸ਼ੁਰੂ ਕੀਤੀ ਕਿ ਤੁਸੀਂ ਸਾਡੇ ਵਿੱਚ ਆ ਕੇ ਆਪਣੀਆਂ ਹਾਜ਼ਰੀਆਂ ਨਾ ਲਵਾਓ, ਸਾਨੂੰ ਆਪਣਾ ਕੰਮ ਕਰਨ ਦਿਓ। ਇਹੋ ਜਿਹੀਆਂ ਰਿਪੋਰਟਾਂ ਵੀ ਆਈਆਂ ਕਿ ਜਿੱਥੇ ਕੁਝ ਆਗੂ ਪਹੁੰਚੇ ਨੇ, ਕੁਝ ਪਾਰਟੀਆਂ ਦੇ ਨਾਮ ਨਾ ਅਸੀਂ ਭਾਵੇਂ ਉਹਨਾਂ 'ਤੇ ਲਈਏ ਤੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਲੋਕ ਭੱਜੇ ਨੇ ਮਗਰ। ਲੋਕਾਂ ਨੇ ਭਜਾਏ ਆ ਜੀ ਕਈ ਥਾਵਾਂ 'ਤੇ ਤਾਂ, ਤੇ ਨੈਚੁਰਲ ਹੈ ਕਿ ਜਦੋਂ ਜਿਹੜਾ ਬੰਦਾ ਪਹਿਲਾਂ ਉਹਨਾਂ ਦੇ ਹੱਕ 'ਚ ਰਿਹਾ ਇਹਨਾਂ ਬਿੱਲਸ ਦੇ, ਤੇ ਉਹ ਬੰਦੇ ਬਾਅਦ ਦੇ ਵਿੱਚ ਮੌਕਾ ਦੇਖ ਕੇ ਸਿਰਫ ਆਪਣੀ 2022 ਦੀ ਜਿਹੜੀ ਇਲੈਕਸ਼ਨ ਹੈ ਉਹਨੂੰ ਦਿਮਾਗ 'ਚ ਰੱਖਦਿਆਂ ਕਿਸਾਨੀ ਮੁੱਦਿਆਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇ, ਉਹਨੂੰ ਤਾਂ ਕੋਈ ਵੀ ਜਿਹੜਾ ਸਹੀ ਕਿਸਾਨ ਹੈ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਅਟੈਚਡ, ਉਹ ਚੰਗਾ ਨਹੀਂ ਸਮਝੂਗਾ ਤੇ ਉਹਨੂੰ ਰੋਕਣ ਦੇ ਲਈ ਉਹ ਕੋਸ਼ਿਸ਼ ਵੀ ਕਰੂਗਾ। ਜੀ, ਇਸ ਦੇ ਵਿੱਚ ਕਲਾਕਾਰਾਂ ਦਾ ਬੜਾ ਰੋਲ ਰਿਹਾ। ਕੁਝ ਕਲਾਕਾਰ ਬਹੁਤ ਨਿਖੜ ਕੇ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਏ ਨੇ, ਉਹਨਾਂ ਦੇ ਨਾਮ ਵੀ ਲੈ ਜਾ ਸਕਦੇ ਨੇ, ਤੇ ਕੁਝ ਕਹਿੰਦੇ ਬੋਲੇ ਵੀ ਨਹੀਂ। ਇਹਨਾਂ ਬਾਰੇ ਕੀ ਕਹੋਗੇ? ਦੇਖੋ, ਜਿਹੜਾ ਤਾਂ ਕਲਾਕਾਰ ਹੈ ਜੀ, ਉਹ ਵੀ ਜਿਹੜਾ ਸਾਡਾ ਲੋਕ ਨੇ ਪਬਲਿਕ ਦੇ ਨਾਲ ਜੁੜੇ ਹੋਏ ਆ ਜੀ, ਉਹਨਾਂ ਦਾ ਜਿਹੜਾ ਕੰਮ ਹੈ ਉਹ ਪਬਲਿਕ ਦੇ ਨਾਲ ਹੀ ਚੱਲਦਾ ਹੈ। ਲੋਕਾਂ 'ਚ ਜਾਂਦੇ ਆ, ਵਿਚਰਦੇ ਆ, ਇੱਥੋਂ ਦੇ ਹਾਲਾਤ ਨੂੰ ਸਮਝਦੇ ਆ। ਤੇ ਬਹੁਤ ਕਲਾਕਾਰ ਇਹੋ ਜਿਹੇ ਵੀ ਨੇ ਜਾਂ ਗੀਤ ਲਿਖਣ ਵਾਲੇ ਵੀ ਇਹੋ ਜਿਹੇ ਨੇ ਜਿਹੜੇ ਪੰਜਾਬ ਦੀ ਤੇ ਆਲੇ ਦੁਆਲੇ ਦੀ ਸਾਰੀ ਜਿਹੜੀ ਸਥਿਤੀ ਹੈ ਉਹਨੂੰ ਸਮਝ ਕੇ ਉਹਦੇ ਨਾਲ ਲੱਗਦੇ ਜਿਹੜੇ ਗੀਤ ਆ ਉਹ ਲਿਖਦੇ ਆ ਤੇ ਉਹਨਾਂ ਨੂੰ ਗਾਉਂਦੇ ਵੀ ਨੇ। ਉਹ ਚੀਜ਼ਾਂ ਨੂੰ ਦੇਖ ਕੇ ਜਿਹੜੇ ਕਲਾਕਾਰ ਉਹਨਾਂ ਨੇ ਸਪੋਰਟ ਵੀ ਕੀਤੀ ਹੈ, ਬਹੁਤ ਡਟ ਕੇ ਵੀ ਕਿਹਾ ਵੀ ਅਸੀਂ ਅਖੀਰ ਤੱਕ ਨਾਲ ਚੱਲਾਂਗੇ ਵੀ। ਪਰ ਕੁਝ ਇਹੋ ਜਿਹੇ ਵੀ ਹੈਗੇ, ਚਲੋ ਨਾਂ ਮੈਂ ਫੇਰ ਵੀ ਨਹੀਂ ਲੈ ਕੇ ਰਾਜੀ, ਉਹ ਕਲਾਕਾਰਾਂ ਨੇ ਖੁਦ ਵੀ ਉਹਨਾਂ ਦੇ ਨਾਂ ਲਏ ਆ ਬਈ ਉਹ ਆਪਣੀਆਂ ਪੋਲੀਟੀਕਲ ਕੰਪਲਸ਼ਨਸ ਕਰਕੇ ਜਿਹੜੇ ਲੋਕਾਂ ਦੇ ਵਿੱਚ ਉਹ ਰੋਜ਼ ਜਾ ਕੇ ਗੀਤ ਗਾਉਂਦੇ ਆ, ਜਿਨ੍ਹਾਂ ਦੇ ਸਿਰ 'ਤੇ ਉਹਨਾਂ ਦਾ ਇਹ ਸਾਰਾ ਸਿਸਟਮ ਚੱਲਦਾ ਹੈ, ਉਹਨਾਂ ਦੀਆਂ ਅਸਲੀ ਇਸ਼ੂਜ਼ ਨੂੰ, ਉਹਨਾਂ ਦੀਆਂ ਮੰਗਾਂ ਨੂੰ ਭੁੱਲ ਕੇ ਉਹ ਆਪਣੇ ਪੋਲੀਟੀਕਲ ਫਾਇਦਿਆਂ ਕਰਕੇ ਉਹ ਇਹਨਾਂ ਦੇ ਖਿਲਾਫ ਨਹੀਂ ਬੋਲ ਰਹੇ ਤੇ ਉਹਨਾਂ ਨੂੰ ਉਹਨਾਂ ਨੇ ਭੰਡਿਆ ਵੀ ਹੈ। ਇਸ ਸਾਰੇ ਬੰਦ ਦੇ ਸੱਦੇ ਦੇ ਵਿੱਚੋਂ ਅੰਦੋਲਨ ਜਿਹੜਾ ਚੱਲ ਰਿਹਾ ਹੈ, ਰੇਲ ਰੋਕਣ ਦਾ ਅੰਦੋਲਨ ਅਜੇ ਵੀ ਜਾਰੀ ਹੈ। ਬਹੁਤ ਸਾਰੀ ਜਗ੍ਹਾ 'ਤੇ ਸੜਕਾਂ ਇੱਕ ਦਿਨ ਵਾਸਤੇ ਰੋਕੀਆਂ ਗਈਆਂ ਸੀ, ਧਰਨੇ ਥਾਂ-ਥਾਂ ਦਿੱਤੇ ਜਾ ਰਹੇ ਨੇ। ਕਿਸ ਨੂੰ ਫਾਇਦਾ ਤੇ ਕਿਸ ਨੂੰ ਨੁਕਸਾਨ ਹੈ ਤਾਂ ਅਜੇ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਜਿੰਨੀ ਕੁ ਸਥਿਤੀ ਉਤਪੰਨ ਹੋਈ ਹੈ, ਇਸ ਦੇ ਵਿੱਚ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਅਕਾਲੀ ਦਲ, ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਕੋਈ ਹੋਰ ਜਿਹੜੀ ਖੱਬੇ ਪੱਖੀ ਜਿਹੜੀਆਂ ਪਾਰਟੀਆਂ ਨੇ ਜਾਂ ਕੋਈ ਹੋਰ ਫਰੰਟ ਜਿਹੜਾ ਜਿਵੇਂ ਜਿਨ੍ਹਾਂ ਵਿੱਚ ਬੈਂਸ ਭਰਾ ਵੀ ਸ਼ਾਮਲ ਨੇ, ਸੁਖਪਾਲ ਖਹਿਰਾ ਨੇ, ਨਵਜੋਤ ਸਿੱਧੂ ਚੁੱਪ ਨੇ, ਬਹੁਤਾ ਜ਼ਿਆਦਾ ਨਹੀਂ, ਚੁੱਪ ਤਾਂ ਨਹੀਂ ਨੇ, ਥੋੜ੍ਹਾ ਬੋਲੇ ਨੇ, ਬਹੁਤਾ ਨਹੀਂ। ਕਿਸੇ ਨੂੰ ਤੁਸੀਂ ਡਾਇਰੈਕਟਲੀ ਫਾਇਦਾ ਪਹੁੰਚਦਾ ਦੇਖ ਰਹੇ ਹੋ ਕਿ ਅਜੇ ਕੁਝ ਨਹੀਂ ਕਿਹਾ ਜਾ ਸਕਦਾ? ਦੇਖੋ, ਹਜੇ ਤੱਕ ਆਪਾਂ ਬੜਾ ਕਲੀਅਰਲੀ ਨਹੀਂ ਕਹਿ ਸਕਦੇ ਵੀ ਕਿਹਨੂੰ ਫਾਇਦਾ ਪਹੁੰਚ ਰਿਹਾ ਜੀ। ਹਜੇ ਤੱਕ ਤਾਂ ਸਭ ਦੀ ਕੋਸ਼ਿਸ਼ ਇਹੀ ਹੈ ਕਿ ਕੋਸ਼ਿਸ਼ ਕਰ ਰਹੇ ਆ ਫਾਇਦਾ ਲੈਣ ਦੀ ਜੀ, ਪਰ ਹਜੇ ਕਲੀਅਰ ਐਜ ਆਪਾਂ ਕੋਈ ਨਹੀਂ ਕਹਿ ਸਕਦੇ ਵੀ ਕਿਹੜੀ ਪਾਰਟੀ ਨੇ ਉਸ ਚੀਜ਼ ਨੂੰ ਦਿਖਾਉਣ ਦੇ ਵਿੱਚ ਕਾਮਯਾਬ ਹੋਏ ਹੈ ਕਿ ਅਸੀਂ ਅਸਲੀ ਕਿਸਾਨ ਹੇਤੂ ਹੈ। ਉਹ ਸਾਰੇ ਹੀ ਹਜੇ ਉਸ ਲੈਵਲ ਤੇ ਪਹੁੰਚ ਨਹੀਂ ਸਕੇ, ਇਸ ਕਰਕੇ ਹਜੇ ਕੋਈ ਕਲੀਅਰ ਨਹੀਂ ਹੈ। ਲੌਂਗ ਰਨ 'ਚ ਇਹ ਜ਼ਰੂਰ ਲੱਗਦਾ ਵੀ ਜੇ ਮਾੜਾ ਮੋਟਾ ਕੋਈ ਫਾਇਦਾ ਹੋਣ ਦੀ ਸੰਭਾਵਨਾ ਹੈ ਤਾਂ ਕੰਪੈਰੇਟਿਵਲੀ ਸ਼੍ਰੋਮਣੀ ਅਕਾਲੀ ਦਲ ਨੂੰ ਚਾਂਸਿਸ ਜ਼ਿਆਦਾ ਲੱਗਦੇ ਹੈ, ਕਿਉਂਕਿ ਉਹਨਾਂ ਦਾ ਜਿਹੜਾ ਬੇਸ ਹੈ ਸਭ ਤੋਂ ਵੱਧ ਐਗਰੇਰੀਅਨ ਬੇਸ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੈ। ਜੇ ਅਸੀਂ ਪੁਰਾਣੀ ਹਿਸਟਰੀ ਲੈ ਕੇ ਚੱਲਦੇ ਹਾਂ, ਜਿਹੜਾ ਪਿਛਲੇ ਕੁਛ ਚਿਰ ਤੋਂ ਸਿਸਟਮ ਬਣਿਆ ਹੋਇਆ ਸੀ ਉਹਦੇ ਚਾਹੇ ਉਹ ਬੇਸ ਇਰੋਡ ਹੋਇਆ ਸੀ, ਪਰ ਜਿਹੜਾ ਪੁਰਾਣਾ ਟ੍ਰੈਡੀਸ਼ਨਲ ਬੇਸ ਹੈ ਉਹ ਅਕਾਲੀ ਦਲ ਦਾ ਜਿਹੜਾ ਹੈਗਾ ਉਹ ਕਿਸਾਨੀ ਦੇ ਵਿੱਚ ਹੈਗਾ। ਤੇ ਜੇ ਹੁਣ ਹਾਲਾਤ ਇਹੋ ਜਿਹੇ ਬਣਦੇ ਆ ਤੇ ਇਹ ਸੱਚੇ ਦਿਲੋਂ ਜਿਹੜੇ ਫਾਰਮਰਸ ਦੇ ਨਾਲ ਤੇ ਪੰਜਾਬ ਦੇ ਇਸ਼ੂਜ਼ ਦੇ ਨਾਲ ਜੁੜਦੇ ਆ ਤਾਂ ਇਹਨਾਂ ਨੂੰ ਕੰਪੈਰੇਟਿਵਲੀ ਚਾਂਸਸ ਜ਼ਿਆਦਾ ਹੈਗੇ ਆ ਬੈਨੀਫਿਟ ਪਹੁੰਚਣ ਦੇ। ਬਾਕੀ ਇਹਨਾਂ 'ਤੇ ਡਿਪੈਂਡ ਕਰਦਾ ਇਹ ਉਹਨੂੰ ਕਿਸ ਲੈਵਲ 'ਤੇ ਟਰੀਟ ਕਰਦੇ ਆ, ਕਿਵੇਂ ਤੁਰਦੇ ਆ ਉਹਦੇ 'ਚ। ਇਹੋ ਜਿਹੇ ਅੰਦੋਲਨ ਨੂੰ ਜਨ ਅੰਦੋਲਨ ਬਣਨ ਵਾਸਤੇ ਇੱਕ ਆਗੂ ਦੀ ਲੋੜ ਹੁੰਦੀ ਹੈ। ਤੁਹਾਨੂੰ ਕੋਈ ਨਜ਼ਰ ਆ ਰਿਹਾ ਇਹਨਾਂ ਵਿੱਚੋਂ? ਹਜੇ ਕੋਈ ਐ ਆਪਾਂ ਕਲੀਅਰ ਨਹੀਂ ਕਹਿ ਸਕਦੇ, ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਵੀ ਬੜੀਆਂ ਜ਼ਿਆਦਾ ਨੇ। ਜੇ ਤਾਂ ਕੋਈ ਇੱਕ ਆਰਗੇਨਾਈਜੇਸ਼ਨ ਹੁੰਦੀ ਜਾਂ ਸਾਰੀਆਂ ਆਰਗੇਨਾਈਜੇਸ਼ਨਸ ਕਿਸੇ ਇੱਕ ਆਗੂ ਨੂੰ ਆਪਣਾ ਹੈੱਡ ਮੰਨ ਲੈਂਦੀਆਂ ਤਾਂ ਵੀ ਆਪਾਂ ਕਹਿ ਸਕਦੇ ਸੀ ਕਿ ਇਹ ਆਦਮੀ ਜਿਹੜਾ ਹੈਗਾ ਇਹ ਕਿਸਾਨ ਦਾ, ਟੋਟਲ ਕਿਸਾਨਾਂ ਦਾ, ਪੰਜਾਬ ਦਾ ਜਾਂ ਹਰਿਆਣਾ ਦਾ ਲੀਡਰ ਦੇ ਤੌਰ 'ਤੇ ਇਮਰਜ ਹੋ ਸਕਦਾ ਅਤੇ ਕੱਲ੍ਹ ਨੂੰ ਕੋਈ ਉਹ ਵੱਡਾ ਪੋਜ਼ੀਟਿਵ ਰੋਲ ਅਦਾ ਕਰ ਸਕਦਾ ਹੈ। ਪਰ ਹਜੇ ਤੱਕ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਵੀ
ਉਸ ਤਰ੍ਹਾਂ ਦਾ ਕੋਈ ਸਿੰਗਲ ਲੀਡਰ ਇਮਰਜ ਨਹੀਂ ਹੋਇਆ ਉੱਥੋਂ। ਇਹ ਇੱਕ ਚੰਗੀ ਗੱਲ ਵੀ ਹੈਗੀ ਕਿ ਉਹ ਇੱਕ ਸਿੰਗਲ ਬੰਦਾ, ਕਈ ਵਾਰੀ ਪੁਰਾਣੇ ਸਮਿਆਂ 'ਚ ਵੀ ਦੇਖਿਆ ਗਿਆ ਕਿ ਜਿਹੜਾ ਸਿੰਗਲ ਬੰਦਾ ਹੈਗਾ ਉਹ ਅਖੀਰ ਨੂੰ ਸਾਰਿਆਂ ਦਾ ਫਾਇਦਾ ਉਠਾ ਕੇ ਆਪਦੇ ਨਿੱਜੀ ਕਾਰਨਾਂ ਕਰਕੇ ਉਹ ਅੰਦੋਲਨ ਨੂੰ ਧੋਖਾ ਦੇ ਕੇ ਕੋਈ ਵੱਡਾ ਸਮਝੌਤਾ ਵੀ ਕਰ ਜਾਂਦਾ ਹੈ। ਇਹ ਇੱਕ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਇਹੋ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਸਾਂ ਕਿ ਰਾਜ ਸਭਾ ਦੀ ਸੀਟ ਤੇ ਜਾਂ ਕਿਸੇ ਬੋਰਡ ਦੀ ਚੇਅਰਮੈਨੀ ਜਾਂ ਕਿਸੇ ਹੋਰ ਸੰਸਥਾ ਦੀ ਕੋਈ ਇਸ ਤਰ੍ਹਾਂ ਦੀ ਪੋਸਟ ਲੈ ਲੈਣੀ ਤੇ ਲਾਲ ਬੱਤੀ ਵਾਲੀ ਗੱਡੀ ਮਿਲ ਗਈ ਤੇ ਕਿਸਾਨ ਅੰਦੋਲਨ ਜਿਹੜਾ ਖੂਜ ਪੈ ਜਾਂਦਾ। ਹਾਂ, ਇਹ ਅਕਸਰ ਇਕੱਲੇ ਕਿਸਾਨਾਂ 'ਚ ਨਹੀਂ, ਕਾਫੀ ਚੀਜ਼ਾਂ 'ਚ ਹੁੰਦਾ ਰਿਹਾ ਇਹ। ਤੇ ਇਹੀ ਮੈਂ ਇਹਨੂੰ ਜਿਹੜੀ ਗੱਲ ਕੀਤੀ ਹੈ ਵੀ ਇਹ ਇੱਕ ਪੋਜ਼ੀਟਿਵ ਗੱਲ ਵੀ ਹੈ ਜੇ ਕੋਈ ਸਿੰਗਲ ਪਰਸਨ ਇਸ ਤੌਰ ਤੇ ਇਮਰਜ ਨਹੀਂ ਕਰ ਰਿਹਾ। ਹਾਲਾਂਕਿ ਇਹ ਲੱਗਦਾ ਹੈਗਾ ਕਿ ਆਪਾਂ ਨੂੰ ਕਈ ਵਾਰੀ ਘਾਟ ਮਹਿਸੂਸ ਹੁੰਦੀ ਹੈ ਵੀ ਸਾਡੇ ਕੋਲੇ ਕੋਈ ਸਿੰਗਲ ਲੀਡਰ ਉਹੋ ਜਿਹਾ ਨਹੀਂ ਹੈ, ਪਰ ਦੂਜੇ ਪਾਸੇ ਇਹ ਪੋਜ਼ੀਟਿਵ ਵੀ ਹੈ ਕਿਉਂਕਿ ਜੇ ਉਹ ਇਕੱਲਾ ਬੰਦਾ ਇੱਕ ਵੇਖ ਜਾਵੇ, ਜਿਹੜੀ ਤੁਸੀਂ ਗੱਲ ਕੀਤੀ ਹੈ ਲਾਲ ਬੱਤੀ ਪਿੱਛੇ ਵੇਖਣਾ ਹੀ ਹੁੰਦਾ, ਜ਼ਰੂਰੀ ਪੈਸੇ ਨਹੀਂ ਹੁੰਦੇ ਜੀ। ਤੇ ਜੇ ਉਸ ਤਰੀਕੇ ਨਾਲ ਕੋਈ ਵੇਖ ਜਾਂਦਾ ਹੈ ਤਾਂ ਉਹ ਸਾਰੀ ਜਿਹੜੀ ਐਜੀਟੇਸ਼ਨ ਹੈ ਉਹ ਉਹਦੇ ਇਕੱਲੇ ਦੇ ਕਰਕੇ ਖਤਮ ਹੋ ਜਾਂਦੀ ਹੈ। ਉਹ ਇੱਕ ਪੋਜ਼ੀਟਿਵ ਪੁਆਇੰਟ ਵੀ ਹੈ ਇਹਦੇ ਵਿੱਚ। ਇੱਕ ਬ੍ਰੇਕ ਦਾ ਸਮਾਂ ਹੋ ਚੁੱਕਾ ਜੀ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਵਿਚਾਰ ਚਰਚਾ ਵਿੱਚ ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਆਪ ਜੀ ਦਾ। ਕਿਸਾਨਾਂ ਦੇ ਮੁੱਦਿਆਂ ਤੇ ਗੱਲਬਾਤ ਜਾਰੀ ਰਹੇਗੀ। ਗਰੇਵਾਲ ਸਾਹਿਬ, ਕਿਸਾਨੀ ਮੁੱਦਾ ਬੜਾ ਗੰਭੀਰ ਹੈ। ਇਸ ਨੂੰ ਕਿਹੜੇ ਲੋਕ ਕਿੰਨੀ ਕੁ ਗੰਭੀਰਤਾ ਨਾਲ ਲੈ ਰਹੇ ਆ ਤਾਂ ਸਮਾਂ ਦੱਸੇਗਾ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਸ ਖੇਤਰ ਦੇ ਵਿੱਚ ਜਦੋਂ ਕਿਸਾਨੀ ਦੀ ਗੱਲ ਆਉਂਦੀ ਹੈ ਤੇ ਸਮਾਂ ਹੈ ਝੋਨੇ ਦੀ ਖਰੀਦ ਦਾ। ਝੋਨੇ ਦੀ ਖਰੀਦ ਸ਼ੁਰੂ ਹੋਈ ਹੈ ਜੇ ਪੰਜਾਬ ਵਿੱਚ ਕਿਤੇ ਕਿਤੇ, ਤੇ ਕਣਕ ਦੇ ਸਮਰਥਨ ਮੁੱਲ ਦਾ ਪਹਿਲਾਂ ਐਲਾਨ ਕਰ ਦਿੱਤਾ ਗਿਆ। ਇੰਨੀ ਜਲਦਬਾਜ਼ੀ 'ਚ ਪਹਿਲਾਂ ਕਦੇ ਕੀਤਾ ਨਹੀਂ ਗਿਆ। ਤੇ ਹੁਣ ਜਿਹੜੀ ਇਹ ਖਰੀਦ ਸ਼ੁਰੂ ਹੋਈ ਹੈ ਇਹ ਤੇ ਇਸ ਦੇ ਵਿੱਚ ਬੜਾ ਰੌਲਾ ਰੱਪਾ ਪਾਇਆ ਜਾ ਰਿਹਾ ਕਿ ਅਸੀਂ ਫਲਾਂ ਜਗ੍ਹਾ ਤੇ ਇੰਨੇ ਸੈਂਟਰ ਬਣਾ ਦਿੱਤੇ ਨੇ, ਆਹ ਖਰੀਦ ਕਰ ਰਹੇ ਹਾਂ, ਤੁਸੀਂ ਘਬਰਾਓ ਨਾ, ਇੰਨੇ ਸਮਰਥਨ ਮੁੱਲ ਤੋਂ ਘੱਟ ਕੋਈ ਫਸਲ ਜਿਹੜੀ ਹੈ ਝੋਨੇ ਦੀ ਕਿਤੇ ਵੀ ਨਹੀਂ ਖਰੀਦੀ ਜਾਵੇਗੀ ਤੇ ਮੰਡੀਆਂ ਵਿੱਚ ਰੋਣ ਨਹੀਂ ਦਿੱਤੀ ਜਾਵੇਗੀ, ਇਹ ਗੱਲ ਕੀਤੀ ਜਾ ਰਹੀ ਹੈ। ਜਦ ਕਿ ਦੂਜੇ ਪਾਸੇ ਕੁਝ ਅਜਿਹੀਆਂ ਫਸਲਾਂ ਵੀ ਹਨ ਜਿਨ੍ਹਾਂ ਦਾ ਸਮਰਥਨ ਮੁੱਲ ਤਾਂ ਹੈ ਪਰ ਉਹ ਕਦੀ ਖਰੀਦੀਆਂ ਨਹੀਂ ਗਈਆਂ, ਜਿਨ੍ਹਾਂ ਵਿੱਚ ਮੱਕੀ ਹੈ, ਬਾਜਰਾ ਹੈ, ਹੋਰ ਵੀ ਅਜਿਹੀਆਂ ਹੋਣਗੀਆਂ। ਇਹਨਾਂ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ। ਕਿਉਂਕਿ ਪਹਿਲਾਂ ਤਾਂ ਗੱਲ ਆਪਾਂ ਕਰਦੇ ਹਾਂ ਝੋਨੇ ਬਾਰੇ ਜੀ। ਜਿਹੜਾ ਝੋਨੇ ਦਾ ਇਹਨਾਂ ਨੇ 2 ਦਿਨਾਂ ਤੋਂ ਆ ਰਿਹਾ ਹੈ ਜੀ ਕਿ ਸਰਕਾਰੀ ਖਰੀਦ ਸ਼ੁਰੂ ਹੋ ਗਈ, ਬਹੁਤ ਛੇਤੀ ਕਰਤੀ ਜੀ। 1 ਅਕਤੂਬਰ ਤੋਂ ਬਾਅਦ ਕਰਨੀ ਸੀਗੀ, ਐਡਵਾਂਸ ਕਰਤੀ ਜੀ। ਉਹ ਬਹੁਤ ਥੋੜ੍ਹੇ ਥਾਵਾਂ ਤੇ ਹੋਈ ਹੈ, ਖਾਸ ਕਰਕੇ ਜਿਹੜੀਆਂ ਵੱਡੀਆਂ ਮੰਡੀਆਂ ਨੇ ਉੱਥੇ ਹੋਈ ਹੈ। ਅੱਛਾ ਜੀ। ਜਿਹੜੀਆਂ ਛੋਟੀਆਂ ਮੰਡੀਆਂ ਨੇ ਪੇਂਡੂ ਖੇਤਰਾਂ ਦੇ ਵਿੱਚ ਜਾਂ ਈਵਨ ਕਸਬਿਆਂ ਲੈਵਲ ਤੇ ਵੀ, ਉਹਨਾਂ ਦੇ ਵਿੱਚ ਹਜੇ ਉਹ ਖਰੀਦ ਸ਼ੁਰੂ ਤੱਕ ਹੀ ਹਲੇ ਬੋਰੀਆਂ ਵੀ ਨਹੀਂ ਪਹੁੰਚੀਆਂ FCI ਦੀਆਂ ਉੱਥੇ। ਅੱਛਾ ਜੀ। ਤੇ ਕੱਲ੍ਹ ਵੀ ਮੈਂ ਦੇਖਿਆ, ਕੱਲ੍ਹ ਜਿੱਥੇ 1888 ਰੁਪਏ ਦਾ ਹੁਣ ਮਿਨੀਮਮ ਰੇਟ ਹੈਗਾ ਝੋਨੇ ਦਾ ਸਮਰਥਨ ਮੁੱਲ ਹੈ, 1600 ਰੁਪਏ ਨੂੰ ਲੱਗ ਰਹੀਆਂ ਸੀ ਢੇਰੀਆਂ, ਕਿਉਂਕਿ ਹਜੇ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ। ਨੁਕਸਾ ਝੋਨੇ ਵਿੱਚ ਕੋਈ ਨਾ, ਝੋਨੇ 'ਚ ਕੋਈ ਨੁਕਸ ਨਹੀਂਗਾ, ਸਿਰਫ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਣ ਕਰਕੇ ਜਿਹੜੇ ਸ਼ੈਲਰਾਂ ਵਾਲੇ ਹੈ ਉਹ 1600 ਰੁਪਏ ਦੇ ਆਸ-ਪਾਸ ਝੋਨਾ ਚੱਕ ਰਹੇ ਸੀ ਕੱਲ੍ਹ। ਤੇ 1-2 ਆੜ੍ਹਤੀਆਂ ਨਾਲ ਵੀ ਮੇਰੀ ਗੱਲ ਹੋਈ ਹੈ, ਉਹ ਕਹਿੰਦੇ ਵੀ ਸੰਭਾਵਨਾ ਇਹ ਹੈ ਕਿ 1 ਤਰੀਕ ਤੋਂ ਪਹਿਲਾਂ ਇਹ ਚੰਗੀ ਤਰ੍ਹਾਂ ਖਰੀਦ ਸ਼ੁਰੂ ਨਹੀਂ ਹੋਣੀ। ਉਹਨਾਂ 'ਚ ਜਿਹੜੀਆਂ ਢੇਰੀਆਂ ਐਡਵਾਂਸ ਆਉਣਗੀਆਂ ਉਹਨਾਂ ਨੂੰ ਨੁਕਸਾਨ ਹੋਣਾ ਹੀ ਹੈ ਜੀ। ਹੁਣ ਕਰੀਏ ਬਾਕੀ ਫਸਲਾਂ ਦੀ ਗੱਲ। ਦੂਜੇ ਪਾਸੇ ਜਿਹੜੀ ਕਾਟਨ ਹੈ ਜੀ, ਕਾਟਨ ਦੀ ਵੀ ਨਰਮੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਜੀ, ਮੰਡੀ 'ਚ ਆਉਣਾ ਸ਼ੁਰੂ ਹੋ ਚੁੱਕਿਆ, ਖਾਸ ਕਰਕੇ ਜਿਹੜਾ ਇੱਧਰ ਸਾਡਾ ਇੰਟੀਰੀਅਰ ਮਾਲਵਾ ਹੈਗਾ ਉੱਧਰਲੇ ਪਾਸੇ, ਕਿਉਂਕਿ ਹੈ ਵੀ ਕਾਟਨ ਉੱਧਰ ਹੀ ਜ਼ਿਆਦਾ। ਬਿਲਕੁਲ। ਤੇ ਕਾਟਨ ਦਾ ਵੀ ਜਿਹੜਾ ਨਰਮੇ ਦਾ ਮੁੱਲ ਹੈ, ਜਿਹੜਾ ਤਾਂ ਲੌਂਗ ਰੇਂਜ ਹੈਗਾ, ਲੰਬਾ ਜਿਹੜਾ ਨਿਕਲਦਾ ਹੈ ਰੇਸ਼ਾ, ਉਹਦਾ ਮੁੱਲ 5800 ਰੁਪਏ ਦੇ ਕਰੀਬ ਹੈ। ਗੱਠ ਦਾ ਨਾ, ਜਿਹੜਾ ਕੁਇੰਟਲ ਦਾ ਰੇਟ ਹੈ 5800 ਰੁਪਏ ਹੈ ਜੀ। ਤੇ ਜਿਹੜਾ ਦੂਸਰਾ ਹੈਗਾ ਮੀਡੀਅਮ, ਉਹ 5500 ਦੇ ਕਰੀਬ ਹੈ। ਅੱਛਾ ਜੀ। ਪਰ ਹਜੇ ਇਹ 4000 ਤੋਂ ਲੈ ਕੇ 5000 ਦੇ ਵਿਚਾਲੇ ਰੇਟ ਇਹਨਾਂ ਦਾ ਲੱਗ ਰਿਹਾ, 5000 ਤੋਂ ਉੱਥੇ ਰੇਟ ਨਹੀਂ ਲੱਗ ਰਿਹਾ। ਅੱਛਾ ਜੀ। ਕਾਰਨ ਇਹੀ ਹੈਗਾ ਵੀ ਜਿਹੜਾ ਸਰਕਾਰੀ ਖਰੀਦ ਹੈ ਉਹ ਸ਼ੁਰੂ ਨਹੀਂ ਹੋਈ, ਪ੍ਰਾਈਵੇਟ ਖਰੀਦਦਾਰ ਨੇ ਉਹ ਘਟਾ ਕੇ ਇਹਨੂੰ ਲੈ ਰਹੇ ਆ। ਉਸੇ ਤਰ੍ਹਾਂ ਜਿਹੜੀ ਮੱਕੀ ਹੈ ਜੀ, ਮੱਕੀ ਦਾ ਵੀ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ 1850 ਰੁਪਏ ਹੈ। ਬਿਲਕੁਲ। ਪਰ ਇਹਦਾ ਜਿਹੜਾ ਰੇਟ ਹੈ, ਪਰ ਸਰਕਾਰੀ ਖਰੀਦ ਹੋ ਨਹੀਂ ਰਹੀ ਜੀ, ਇਹ 1000 ਰੁਪਏ ਤੇ ਆਸੇ-ਪਾਸੇ ਚੱਲ ਰਹੀ ਹੈ। ਇਸ ਤੋਂ ਇੰਨਾ ਜ਼ਿਆਦਾ 1000 ਤੋਂ ਵੀ ਥੱਲੇ ਹੈ, ਕਈ ਥਾਵਾਂ ਤੇ 700-800 ਵੀ ਹੈਗਾ। ਮਤਲਬ ਮੈਕਸੀਮਮ ਜਿਹੜੀ ਕਿਤੇ ਖਰੀਦ ਹੋਈ ਹੈ ਦੁਆਬੇ ਦੀਆਂ ਮੰਡੀਆਂ 'ਚ ਕਿਤੇ, ਤਾਂ ਉਹ 1000 ਰੁਪਏ ਤੋਂ ਉੱਤੇ ਨਹੀਂ ਹੋਈ। ਤੇ ਇੰਨਾ ਜ਼ਿਆਦਾ ਫਰਕ ਹੈ, 40-45%। ਬਾਜਰੇ ਦੇ ਵੀ ਇਸੇ ਤਰ੍ਹਾਂ ਦਾ, ਬਾਜਰੇ ਦਾ ਵੀ ਆਈ ਹੈ ਜੀ, ਸਾਰਿਆਂ ਦਾ ਹੀ ਆਇਆ ਹੈ। ਜਿਹੜਾ ਬਾਸਮਤੀ ਹੈ ਉਹ ਪਿਛਲੇ ਸਾਲ ਨਾਲੋਂ ਬਹੁਤ ਘੱਟ ਵਿਕ ਰਹੀ ਹੈ। ਪਿਛਲੇ ਸਾਲ ਇੱਧਰ ਅੰਮ੍ਰਿਤਸਰ ਦੀਆਂ ਮੰਡੀਆਂ 'ਚ 2700 ਰੁਪਏ ਤੱਕ, ਕਿਉਂਕਿ ਬਾਸਮਤੀ ਇੱਧਰ ਗੁਰਦਾਸਪੁਰ ਦੇ ਇਲਾਕੇ 'ਚ ਇੱਧਰ ਜ਼ਿਆਦਾ ਹੈ, ਤੇ ਜਿਹੜੀ ਉਹ ਉੱਥੇ 2700 ਰੁਪਏ ਤੱਕ ਚੱਲਦਾ ਰਿਹਾ ਇਹਦਾ 1509 ਦਾ ਰੇਟ। ਤੇ ਐਤਕੀ ਇਹ ਜਿਹੜੀ ਹੈਗੀ 2000 ਤੋਂ ਉੱਤੇ ਨਹੀਂ ਲੱਗ ਰਹੀ, ਕਈ ਵਾਰੀ ਕਿਤੇ ਉਦੋਂ ਵੀ ਘੱਟ ਹੈਗੀ ਹੈ। ਤੇ ਦੂਸਰਾ ਜਿਹੜਾ ਤੁਸੀਂ ਇੱਕ ਗੱਲ ਹੋਰ ਕੀਤੀ ਸੀਗੀ ਬਈ ਕਣਕ ਹੈ ਜਿਹੜੀ
ਉਹਦਾ ਐਤਕੀ ਬੜਾ ਐਡਵਾਂਸ ਇਹਨਾਂ ਨੇ ਦੱਸਤਾ ਹੈਗਾ ਵੀ ਉਹ 50 ਰੁਪਏ ਵਧਾਤਾ ਗਿਆ ਹੈ। ਉਹ ਮੇਨਲੀ ਤਾਂ ਜਿਹੜਾ ਹੁਣ ਕਿਸਾਨਾਂ ਦਾ ਅੰਦੋਲਨ ਹੈ ਉਹਨੂੰ ਮੁੱਖ ਰੱਖ ਕੇ ਕੀਤਾ ਗਿਆ। ਪਰ ਦੂਜੇ ਪਾਸੇ ਅਸੀਂ ਇਹ ਦੇਖਦੇ ਹਾਂ ਵੀ 50 ਰੁਪਏ ਜਿਹੜਾ ਮੁੱਲ ਵਧਾਉਣਾ ਹੈ, ਆਟੇ 'ਚ ਲੂਣ ਹੈ, ਉਹ ਇੱਕ ਕਿਸਮ ਦਾ ਮਜ਼ਾਕ ਹੈ। ਮਜ਼ਾਕ। ਜੇ ਅਸੀਂ ਦੇਖੀਏ ਪਿਛਲੇ 10 ਸਾਲ ਜੀ, ਪਿਛਲੇ 10 ਸਾਲਾਂ 'ਚੋਂ ਕਿਸੇ ਸਾਲ ਵੀ ਇੰਨਾ ਘੱਟ ਵਾਧਾ ਨਹੀਂ ਹੋਇਆ। ਇਹ ਤਕਰੀਬਨ 2.5% ਤੋਂ ਵੀ ਥੱਲੇ ਬਣਦਾ ਜੀ, ਅਤੇ ਪਿੱਛੇ ਹਮੇਸ਼ਾ ਇਦੋਂ ਵੱਧ ਰਿਹਾ ਜੀ। ਪਰ ਇਹਦੇ 'ਚ ਇੱਕ ਹੋਰ ਚੀਜ਼ ਹੈ ਵੀ ਜਿਹੜਾ ਵੱਧ ਵੀ ਕਿਤੇ ਹੁੰਦਾ ਹੈ ਤਾਂ ਉਹ ਇਲੈਕਸ਼ਨ ਈਅਰ 'ਚ ਜ਼ਿਆਦਾ ਹੁੰਦਾ ਹੈ। ਜਿਵੇਂ ਹੁਣ ਪਿਛਲੇ ਸਾਲ 2019 'ਚ ਇਲੈਕਸ਼ਨ ਹੋਣੀ ਸੀਗੀ ਪਾਰਲੀਮੈਂਟ ਦੀ, ਉਸ ਤੋਂ ਪਹਿਲਾਂ ਇਹ 6.8% ਦਾ ਵਾਧਾ ਸੀਗਾ ਜੀ 19 ਦਾ, ਜਿਹੜੀ 18-19 ਸਾਲ 'ਚ ਵਾਧਾ ਹੋਇਆ ਕਣਕ ਦੇ ਮੁੱਲ 'ਚ, ਉਹ 6.8 ਸੀਗਾ। ਉਸ ਤੋਂ ਪਹਿਲਾਂ ਕਦੇ 3 ਹੋ ਗਿਆ, 4 ਹੋ ਗਿਆ, 5 ਹੋ ਗਿਆ, ਇਸ ਤਰ੍ਹਾਂ ਚੱਲਦਾ ਰਿਹਾ। ਉਸ ਤੋਂ ਪੂਰੇ 5 ਸਾਲ ਪਿੱਛੇ ਚਲੇ ਚੱਲੋ 14 'ਚ ਸਭ ਤੋਂ ਵੱਧ ਹੋਇਆ, ਉਦੋਂ 9.8 ਹੋਇਆ, 10% ਦੇ ਕਰੀਬ ਵਾਧਾ ਸੀ। ਚੋਣਾਂ ਹੋਣੀਆਂ ਸੀ ਉਦੋਂ ਵੀ, ਚੋਣਾਂ ਹੋਣੀਆਂ ਸੀਗੀਆਂ। ਸੋ ਇਹ ਜਿਹੜਾ ਮੁੱਲ ਹੈਗਾ ਇਹ ਨਹੀਂ ਦੇਖਿਆ ਜਾਂਦਾ ਵੀ ਕਿਸਾਨ ਦੀ ਜਿਹੜੀ ਇਹਦੇ 'ਚ ਖਪਤ ਕਿੰਨੀ ਹੋ ਰਹੀ ਹੈ, ਕਾਸਟ ਉਹਨੂੰ ਪ੍ਰੋਡਕਟ ਦੀ ਕਿੰਨੀ ਪੈ ਰਹੀ ਹੈ। ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਇੱਕੋ ਇਸ਼ੂ ਹੈ ਸਾਡੇ ਸਾਹਮਣੇ ਵੀ ਅਸੀਂ ਵੋਟਾਂ ਕਿਵੇਂ ਲੈਣੀਆਂ। ਜਦੋਂ ਇਲੈਕਸ਼ਨ ਈਅਰ ਆ ਗਿਆ ਉਦੋਂ MSP ਜ਼ਿਆਦਾ ਵਧਾ ਦਿਓ, ਨਹੀਂ ਇਲੈਕਸ਼ਨ ਈਅਰ ਹੈਗਾ ਹੁਣ ਤਾਜ਼ੀ ਲੰਘੀ ਹੈ ਤਾਂ ਇਹਨੂੰ 2.5% ਤੋਂ ਵੀ ਥੱਲੇ ਲੈ ਲਓ। ਹੁਣ ਅਗਲੀਆਂ ਵੋਟਾਂ ਵੇਲੇ ਫਿਰ ਯਾਦ ਕਰਾਵਾਂਗੇ ਹੁਣ ਕਿਸਾਨਾਂ ਤੋਂ ਕੀ ਲੈਣਾ। ਇਹ ਸਾਡੀਆਂ ਪੋਲਿਸੀਜ਼ ਨੇ ਅਤੇ ਇਹਨਾਂ 'ਚ ਜਿਹੋ ਜਿਹਾ ਫਿਰ ਰਿਜ਼ਲਟ ਨਿਕਲਣਾ ਜਦੋਂ ਸਾਡੀ ਸੋਚ ਹੀ ਉੱਥੇ ਖੜ੍ਹੀ ਹੈ, ਸਿਰਫ ਵੋਟਾਂ ਲੈਣ ਤੱਕ ਸੀਮਤ ਹੈ, ਤਾਂ ਸਾਨੂੰ ਪੋਜ਼ੀਟਿਵ ਰਿਜ਼ਲਟਸ ਮਿਲਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਖੇਤਰੀ ਪਾਰਟੀ ਦੀ ਅਸੀਂ ਗੱਲ ਛੱਡੀਏ ਅਤੇ ਜੇ ਅਸੀਂ ਪ੍ਰਮੁੱਖ ਪਾਰਟੀਆਂ ਦੀ ਗੱਲ ਕਰੀਏ ਕੇਂਦਰ ਦੇ ਵਿੱਚ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ, ਇਹਨਾਂ ਨੂੰ ਸਮਰਥਨ ਕਿਹੜੀਆਂ ਪਾਰਟੀਆਂ ਨੇ ਦਿੱਤਾ ਉਹ ਵੀ ਛੱਡ ਦਈਏ। ਅਤੇ ਜੇ ਅੱਜ ਕਾਂਗਰਸ ਵਾਲੇ ਰੌਲਾ ਪਾ ਰਹੇ ਨੇ ਕਿ ਭਾਜਪਾ ਵਾਲੇ ਬਹੁਤ ਗਲਤ ਕਰ ਰਹੇ ਨੇ, ਕਿਸਾਨਾਂ ਦਾ ਗਲ ਘੁੱਟਿਆ ਜਾ ਰਿਹਾ, ਕਿਸਾਨਾਂ ਨਾਲ ਧੋਖਾ ਹੋ ਰਿਹਾ, ਗੈਰ ਕਾਨੂੰਨੀ ਇਹ ਸੰਵਿਧਾਨ ਜਿਹੜਾ ਹੈ ਬਦਲੀ ਕੀਤਾ ਜਾ ਰਿਹਾ, ਤੁਸੀਂ ਮੈਨੂੰ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਜੇ ਅੱਜ ਭਾਜਪਾ ਵੱਲ ਨੂੰ ਸਾਰੇ ਉਂਗਲਾਂ ਚੁੱਕ ਰਹੇ ਨੇ ਅਤੇ ਕਾਂਗਰਸ ਵਾਲੇ ਕਿੰਨਾ ਕੁ ਸੱਚੇ ਸੁੱਚੇ ਨੇ ਇਸ ਕੇਸ ਵਿੱਚ, ਅਤੇ ਉਹਨਾਂ ਨੇ ਕਿੰਨੇ ਕੁ ਸਮਰਥਨ ਮੁੱਲ ਅਤੇ ਕਿੰਨੀਆਂ ਕੁ ਡੀਜ਼ਲ ਦੀਆਂ ਕੀਮਤਾਂ ਨੂੰ ਠੱਲ ਪਾਈ ਅਤੇ ਖਾਦ ਦੀਆਂ ਅਤੇ ਕੀੜੇਮਾਰ ਦਵਾਈਆਂ ਦੀਆਂ ਕੀਮਤਾਂ 'ਤੇ ਕਿੰਨਾ ਕੁ ਕੰਟਰੋਲ ਰੱਖਿਆ ਆਪਣੇ ਸਮੇਂ ਵਿੱਚ, ਖਾਸ ਤੌਰ 'ਤੇ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਦੇ ਵਿੱਚ। ਦੇਖੋ ਜਿੱਥੋਂ ਤੱਕ ਕਾਂਗਰਸ ਅਤੇ BJP ਦਾ ਸੰਬੰਧ ਹੈ, ਮੈਂ ਤਾਂ ਇਹਨਾਂ ਦੇ ਕੱਪੜਿਆਂ ਦਾ ਹੀ ਫਰਕ ਸਮਝਦਾ। ਬੇਸਿਕ ਆਈਡੀਓਲੋਜੀਜ਼ ਇਹਨਾਂ ਦੀਆਂ ਕੋਈ ਬਹੁਤੀਆਂ ਫਰਕ ਨਹੀਂ ਹੈ ਜੀ, ਕਿਉਂਕਿ ਨਾ ਤਾਂ ਉਹ ਪ੍ਰੋ ਪਬਲਿਕ ਨੇ ਜੀ, ਨਾ ਇਹ ਨੇ ਜੀ। ਹਾਂ, ਡਾਕਟਰ ਮਨਮੋਹਨ ਸਿੰਘ ਨੂੰ ਅਸੀਂ ਜੇ ਪਰਸਨਲ ਲੈਵਲ 'ਤੇ ਦੇਖਦੇ ਹਾਂ ਜੀ, ਉਹ ਬਹੁਤ ਇੱਕ ਡਿਫਰੈਂਟ ਇਨਸਾਨ ਸੀ ਜੀ, ਕਿਉਂਕਿ ਉਹ ਬੇਸਿਕਲੀ ਪੋਲੀਟੀਸ਼ੀਅਨ ਨਹੀਂ ਸੀ ਜੀ, ਉਹ ਇੱਕ ਇਕੋਨੋਮਿਸਟ ਸੀ। ਉਹ ਪਰਸਨਲ ਲੈਵਲ 'ਤੇ ਜਿਹੜੀਆਂ ਗੱਲਾਂ ਕਰ ਸਕਦੇ ਸੀ ਉਹ ਬਾਕੀਆਂ 'ਚ ਨਹੀਂ ਹੈਗੀਆਂ। ਠੀਕ ਹੈ। ਹੁਣ ਅਸੀਂ ਜੇ ਇਕੱਲੇ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰਦੇ ਹਾਂ, ਕਿਸਾਨਾਂ ਪ੍ਰਤੀ ਵੀ ਓਵਰਆਲ ਵੀ ਉਹਨਾਂ ਦਾ ਜਿਹੜਾ ਰਵੱਈਆ ਸੀਗਾ ਉਹ ਕਾਫੀ ਵਧੀਆ ਸੀ। ਉਹਨਾਂ ਨੇ ਆਪਣੇ ਵੱਲੋਂ ਇਦੋਂ ਬੈਟਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਆਪਾਂ ਪਹਿਲਾਂ ਤਾਂ ਹੀ ਦੇਖਦੇ ਹਾਂ ਵੀ ਜੇ ਉਦੋਂ ਦਾ ਮੁੱਲ ਜਿਹੜਾ ਵਧਿਆ ਉਹ 9.8 ਸੀ, ਜੇ ਅਸੀਂ ਇਲੈਕਸ਼ਨ ਈਅਰ ਨੂੰ ਵੀ ਲੈ ਲਈਏ ਜੀ, ਅਤੇ ਉਸ ਵਕਤ 9.8 ਸੀਗਾ ਅਤੇ ਐਤਕੀ ਇਹ 6.8 ਤੇ ਆ ਗਿਆ ਸੀਗਾ ਪਿਛਲੀ ਇਲੈਕਸ਼ਨ ਵੇਲੇ ਜੀ। ਇਹ ਵੀ ਫਰਕ ਹੈਗੇ ਆ ਜੀ। ਅਤੇ ਦੂਜੇ ਪਾਸੇ ਜੇ ਅਸੀਂ ਮੁਲਕ ਪ੍ਰਤੀ ਵੀ ਉਹਨਾਂ ਦਾ ਇੱਕ ਗੱਲ ਆਈ ਹੈ ਵੀ ਫਰਕ ਕਾਂਗਰਸ ਦਾ ਨਹੀਂ ਉਹਨਾਂ ਦਾ ਇੱਕ ਐਡਾ ਵੱਡਾ ਰੋਲ ਰਿਹਾ ਜਿਹੜਾ 91 ਦੇ ਵਿੱਚ ਐਜ਼ ਫਾਈਨੈਂਸ ਮਿਨਿਸਟਰ। ਜੀ। ਮੈਂ ਤਾਂ ਇਹ ਸਮਝਦਾ ਕਿ ਇੰਡੀਆ ਦੇ ਵਿੱਚ ਹਰ ਬੰਦੇ ਨੂੰ ਉਹਨਾਂ ਦਾ ਬਹੁਤ ਜ਼ਿਆਦਾ ਰਿਗਾਰਡ ਹੋਣਾ ਚਾਹੀਦਾ ਜਿਹੜਾ ਹੋਰ ਕਾਰਨਾਂ ਕਰਕੇ ਸ਼ਾਇਦ ਉਹਨਾਂ ਦੀ ਪਗੜੀ ਕਰਕੇ ਨਹੀਂ ਹੋ ਰਿਹਾ, ਕਿਉਂ ਉਹ ਇੱਕ ਬੰਦਾ ਹੈ ਜਿਹਨੇ ਮੁਲਕ ਨੂੰ ਉਸ ਵਕਤ ਟੁੱਟਣੋਂ ਬਚਾਇਆ ਹੈ। ਜੀ। ਜਿਹੜਾ ਇਕਨੋਮਿਕ ਕ੍ਰਾਈਸਿਸ 1991 ਦੇ ਵਿੱਚ ਆਇਆ ਸੀ ਜਦੋਂ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਸੀਗੇ ਅਤੇ ਉਹ ਛੱਡ ਕੇ ਚਲੇ ਗਏ ਸੀ। ਉਸ ਤੋਂ ਬਾਅਦ ਇੱਕ ਵਾਰ ਉਸ ਦੌਰਾਨ ਉਹਨਾਂ ਦੇ ਪ੍ਰਾਈਮ ਮਿਨਿਸਟਰਸ਼ਿਪ ਦੇ ਦੌਰਾਨ ਇੰਡੀਆ ਦਾ ਜਿਹੜਾ ਸੋਨਾ ਹੈ ਉਹ ਸਾਨੂੰ ਫਿਜ਼ੀਕਲੀ, ਇੱਕ ਤਾਂ ਹੁੰਦਾ ਨਾ ਇੱਥੇ ਪਿਆ ਗਹਿਣੇ ਕਰਤਾ, ਸਾਨੂੰ ਉਹ ਚੱਕ ਕੇ ਜਾ ਕੇ ਵਰਲਡ ਬੈਂਕ ਨੂੰ ਗਹਿਣੇ ਕਰਨਾ ਪਿਆ ਉੱਥੇ ਲਿਜਾ ਕੇ। ਉਦੋਂ ਬਾਅਦ ਹੋਰ ਸਾਨੂੰ ਗਹਿਣੇ ਪਾਉਣਾ ਪਿਆ, ਇੱਥੇ ਪਿਆ, ਤਾਂ ਜਾ ਕੇ ਸਾਡੇ ਕੋਲ ਜਿਹੜਾ ਡੈਫੀਸਿਟ ਸੀਗਾ ਬਜਟ ਜਿਹੜਾ ਫੋਰਨ ਪੇਮੈਂਟਸ ਦਾ ਉਹ ਪੂਰਾ ਹੋਇਆ ਸੀ। ਨਹੀਂ ਤਾਂ 2 ਹਫ਼ਤੇ ਦੇ ਵਿੱਚ ਇੰਡੀਆ ਦਾ ਪਟਾਕਾ ਪੈਣ ਵਾਲਾ ਸੀ ਜੀ। ਅਤੇ ਉਹਦੇ 'ਚ ਜੇ ਕਿਸੇ ਨੂੰ ਦੁਖੀ ਹੋਣਾ ਚਾਹੀਦਾ ਤਾਂ ਸਿੱਖਾਂ ਨੂੰ ਜਿਹੜੇ ਖਾਲਿਸਤਾਨ ਲਈ ਲੜਦੇ ਹੋਣ ਜਾਂ ਕਸ਼ਮੀਰੀਆਂ ਨੂੰ ਜਿਹੜੇ ਆਜ਼ਾਦ ਮੁਲਕ ਲਈ ਆਪਣੇ ਲੜਦੇ ਹੋਣ, ਉਹਨਾਂ ਨੂੰ ਤਾਂ ਤਕਲੀਫ ਹੋ ਸਕਦੀ ਹੈ ਡਾਕਟਰ ਮਨਮੋਹਨ ਸਿੰਘ ਤੋਂ ਵੀ ਉਹਨੇ ਇੰਡੀਆ ਨੂੰ ਟੁੱਟਣ ਤੋਂ ਬਚਾ ਲਿਆ। ਪਰ ਜਿਹੜੇ ਇੰਡੀਆ ਨੂੰ ਸਮਰਥਨ ਕਹਿੰਦੇ ਆ, ਇੰਡੀਆ ਦੀ ਇਹ ਯੂਨਿਟੀ ਐਂਡ ਇੰਟੈਗ੍ਰਿਟੀ ਦੀ ਗੱਲ ਕਰਦੇ ਆ, ਉਹ ਬੰਦਿਆਂ ਨੂੰ ਤਾਂ ਉਹਦੇ ਪੈਰ ਧੋ ਕੇ ਪੀਣੇ ਚਾਹੀਦੇ ਵੀ ਇਸ ਬੰਦੇ ਨੇ ਬਚਾ ਲਿਆ। ਉਹ ਇੱਕ ਅਜਿਹਾ ਇਨਸਾਨ ਆ। ਪਰ ਉਹਨੂੰ ਛੱਡ ਕੇ ਜੇ ਅਸੀਂ ਕਾਂਗਰਸ ਅਤੇ BJP ਦੀ ਗੱਲ ਕਰਦੇ ਹਾਂ ਉਹਦੇ 'ਚ ਕੋਈ ਫਿਰ ਬਹੁਤਾ ਫਰਕ ਨਹੀਂ ਰਹਿ ਜਾਂਦਾ। ਦੋਨੋਂ ਹੀ ਸਭ ਤੋਂ ਪਹਿਲਾਂ ਤਾਂ ਜਿਹੜਾ ਫੈਡਰਲ ਸਟਰਕਚਰ ਜਿਹੜਾ ਮੁਲਕ ਦੀ ਲੋੜ ਹੈ ਉਹਦੇ ਉਲਟ ਨੇ, ਸਟਰੋਂਗ ਸੈਂਟਰ ਦੀ ਗੱਲ ਕਰਦੇ ਆ। ਕਿਸਾਨਾਂ ਪ੍ਰਤੀ ਇਹਨਾਂ ਦੀ ਕੋਈ ਵਫਾਦਾਰੀ ਨਹੀਂ ਹੈ। ਛੋਟੇ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਪ੍ਰਤੀ ਇਹਨਾਂ ਦੀ ਕੋਈ ਨਹੀਂ ਹੈ।
ਸਿਰਫ ਇੱਕੋ ਪਾਲਿਸੀ ਤੇ ਖੜੀ ਹੈ ਕਿ ਆਪਣੇ ਆਪ ਨੂੰ ਅਸੀਂ ਕਿਵੇਂ ਸਟੇਬਲ ਕਰਨਾ ਹੈ, ਵੋਟਾਂ ਅਸੀਂ ਕਿਵੇਂ ਲੈਣੀਆਂ, ਸੈਂਟਰ ਨੂੰ ਅਸੀਂ ਸਟਰੋਂਗ ਕਿਵੇਂ ਕਰਨਾ ਹੈਗਾ, ਸਟੇਟਾਂ ਦੀਆਂ ਪਾਵਰਾਂ ਅਸੀਂ ਕਿਵੇਂ ਘਟਾਉਣੀਆਂ ਨੇ, ਮਾਈਨੋਰਿਟੀਜ਼ ਨੂੰ ਪਤਾ ਹੀ ਉਹ ਵੀ ਇਹਨਾਂ ਦੀ ਦੋਨਾਂ ਦੀ ਇੱਕੋ ਪਕੜ ਹੈ, ਇਹ 'ਚ ਕੋਈ ਫਰਕ ਨਹੀਂ ਹੈ ਜੀ। ਇੱਕ ਸਵਾਲ ਕਰਾਂਗਾ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ, ਕਿਸਾਨੀ ਦੇ ਮੁੱਦੇ ਨਾਲ ਹੀ ਸੰਬੰਧਿਤ ਹੈ ਕਿ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਵਾਅਦਾ ਕੀਤਾ ਹੋਇਆ ਮੋਦੀ ਸਾਹਿਬ ਨੇ। ਉਹ ਕਦੋਂ ਕੁ ਉਮੀਦ ਕੀਤੀ ਜਾਂਦੀ ਹੈ ਕਿ ਉਹਨੂੰ ਇਹ ਕਹਿਣ ਨੂੰ ਕਿ ਜੁਮਲਾ ਹੀ ਸੀ ਉਹ, ਤੇ ਕਦੋਂ ਕੁ ਤੱਕ ਕਹਿ ਸਕਦੇ ਨੇ? ਦੇਖੋ, ਜਿਵੇਂ ਮੋਦੀ ਸਾਹਿਬ ਨੇ ਪਹਿਲਾਂ ਜਿੰਨੇ ਵਾਅਦੇ ਕੀਤੇ ਆ ਜੀ, ਜਿੰਨੇ ਕੋ ਪੂਰੇ ਕਰਤੇ ਆ, ਮੇਰੇ ਖਾਤੇ 'ਚ ਤਾਂ 15 ਲੱਖ ਵੀ ਹਜੇ ਆਇਆ ਨਹੀਂਗਾ ਜੀ, ਬਾਕੀਆਂ ਨੂੰ ਹਜੇ ਮੈਨੂੰ ਪਤਾ ਨਹੀਂ ਕਿਹਦੇ ਕਿਹਦੇ ਆਇਆ ਜੀ। ਤੇ ਉਸੇ ਤਰ੍ਹਾਂ ਜਿਵੇਂ ਹੁਣ GST ਦੇ ਨਾਲ ਕਹਿੰਦੇ ਸੀਗੇ ਵੀ ਜਿਹੜਾ ਸਾਡਾ ਟ੍ਰੇਡ ਹੈ, ਵਪਾਰੀ ਲੋਕ ਹੈ, ਉਹ ਬਹੁਤ ਤਰੱਕੀ ਕਰ ਜਾਣਗੇ। ਮੈਂ ਵੀ ਥੋੜ੍ਹਾ ਬਹੁਤ ਬਿਜ਼ਨਸ ਕਰਦਾ, ਮੇਰਾ ਬੇਟਾ ਵੀ ਕਰਦਾ, ਸਾਨੂੰ ਤਾਂ ਘਾਟੇ ਪਏ ਆ। ਬਾਕੀਆਂ ਨੇ ਜੇ ਉਹ GST ਲੱਗਣ ਤੋਂ ਬਾਅਦ ਫਾਇਦਾ ਕੀਤਾ ਤਾਂ ਉਹ ਵੀ ਮੈਨੂੰ ਪਤਾ ਨਹੀਂਗਾ ਜੀ। ਤੇ ਡੀਮੋਨੇਟਾਈਜੇਸ਼ਨ ਦਾ ਉਹਨਾਂ ਨੇ ਬਹੁਤ ਵੱਡਾ ਵਾਅਦਾ ਕੀਤਾ ਸੀਗਾ ਕਿ ਇਹਦੇ ਨਾਲ ਮੁਲਕ ਨੂੰ ਕਾਲਾ ਬਹੁਤ ਬਾਜ਼ਾਰੀ ਫਾਇਦਾ ਖਤਮ ਹੋ ਜਾਊਗਾ, ਹੋਵੇਗੀ। ਕਾਲਾ ਬਾਜ਼ਾਰ ਖਤਮ ਹੋ ਜਾਊਗਾ, ਮਿਲੀਟੈਂਸੀ ਖਤਮ ਹੋ ਜਾਊਗੀ। ਤੇ ਨਾ ਤਾਂ ਉਹਦੇ 'ਚ ਕੋਈ ਪੈਸਾ ਨਿਕਲਿਆ, ਨਾ ਉਹਦੇ 'ਚ ਮਿਲੀਟੈਂਸੀ ਖਤਮ ਹੋਈ। ਜਿਸ ਤਰ੍ਹਾਂ ਦੇ ਉਹ ਵਾਅਦੇ ਸੀਗੇ ਉਸੇ ਤਰੀਕੇ ਦੇ ਨਾਲ ਆਪਾਂ 100% ਤਾਂ ਚਲੋ ਨਾ ਕਹੀਏ, 99% ਜ਼ਰੂਰ ਕਹਿ ਸਕਦੇ ਹਾਂ ਵੀ 22 ਤੱਕ ਕਿਸਾਨਾਂ ਦੀ ਇਨਕਮ ਘਟ ਸਕਦੀ ਹੈ, ਵਧਣ ਨਹੀਂ ਦਿੰਦੇ ਇਹ। ਕੋਈ ਹੋਰ ਕਰਾਮਾਤ ਹੋ ਜਾਵੇ ਤਾਂ ਵੱਧ ਜਾਵੇ ਤਾਂ ਹੋ ਸਕਦਾ। ਜੇ ਇਹਨਾਂ 'ਤੇ ਨਿਰਭਰ ਰਹਿੰਦੇ ਆ, ਜੋ ਇਹਨਾਂ ਦੀਆਂ ਪੋਲਿਸੀਜ਼ ਨੇ, ਜਿਵੇਂ ਉਹ ਇੰਪਲੀਮੈਂਟ ਕਰਨ ਦੇ ਢੰਗ ਨੇ, ਉਹ ਐਡੇ ਮਾੜੇ ਆ ਕਿ ਇੱਕ ਸਹੀ ਪੋਲਿਸੀ ਨੂੰ ਵੀ ਇਹ ਸੱਤਿਆਨਾਸ਼ ਕਰ ਸਕਦੇ ਆ। 22 ਤੱਕ ਕੋਈ ਮੈਂ ਇਹਨਾਂ ਤੋਂ ਆਸ ਨਹੀਂ ਰੱਖਦਾ ਕਿ ਕਿਸਾਨਾਂ ਦੀ ਇਨਕਮ ਕੋਈ ਵੱਧ ਸਕਦੀ ਹੈ। ਠੀਕ ਹੈ ਜੀ, ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ, ਤੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨੀ ਦੇ ਮੁੱਦਿਆਂ ਤੇ ਕਾਫੀ ਗੱਲਬਾਤ ਹੋ ਚੁੱਕੀ ਹੈ, ਅਜੇ ਹੋਰ ਮੁੱਦੇ ਸਾਡੇ ਕੋਲ ਕਾਫੀ ਬਾਕੀ ਨੇ, ਜਿਸ ਵਿੱਚ ਅਕਾਲੀਆਂ ਦਾ ਭਾਜਪਾ ਨਾਲੋਂ ਤੋੜ ਵਿਛੋੜਾ ਅਹਿਮ ਹੈ। ਨੌ ਮਾਸ ਦਾ ਰਿਸ਼ਤਾ ਕਦੇ ਟੁੱਟਦਾ ਨਹੀਂ ਹੁੰਦਾ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਦਾ ਰਿਸ਼ਤਾ ਟੁੱਟ ਗਿਆ ਹੈ। ਜਾਂ ਤਾਂ 9 ਮਾਸ ਦਾ ਰਿਸ਼ਤਾ ਨਹੀਂ ਸੀ ਤੇ ਜਾਂ ਕੋਈ ਗੱਲ ਹੋਰ ਸੀ। ਗਰੇਵਾਲ ਸਾਹਿਬ, ਕਈ ਮੁਹਾਵਰੇ ਇਸ ਤੇ ਟੁੱਕਦੇ ਨੇ, ਜਿਨ੍ਹਾਂ ਦਾ ਮੈਂ ਹੁਣ ਨਾਂ ਤਾਂ ਨਾ ਲਵਾਂ, ਤੇ ਮੈਂ ਪੁੱਛਣਾ ਤੇ ਇਹ ਚਾਹੁੰਦਾ ਸੀ ਵੀ ਉਹਨਾਂ 'ਚੋਂ ਕਿਹੜਾ ਮੁਹਾਵਰਾ ਇਹਨਾਂ ਤੇ ਜ਼ਿਆਦਾ ਟੁੱਕਦਾ ਹੈ? ਨਹੀਂ, ਮੈਂ ਤਾਂ ਤੁਹਾਡੇ ਵਾਲੇ ਮੁਹਾਵਰੇ ਦੀ ਵੀ ਗੱਲ ਕਰਦਾ ਹਾਂ ਜੀ, ਵੀ 9 ਮਾਸ ਦਾ ਰਿਸ਼ਤਾ ਨਹੀਂ ਟੁੱਟਦਾ ਹੁੰਦਾ ਜੀ, ਇਹ ਤੁਹਾਡੀ ਗੱਲ ਠੀਕ ਹੈ। ਜੀ। ਜਾਂ ਤਾਂ ਉਹ ਤੋੜਨ ਦੇ ਲਈ ਪੰਜਾਬ ਪੁਲਿਸ ਚਾਹੀਦੀ ਆ ਜੀ, ਵੀ ਪਲਾਸਾਂ ਦੇ ਨਾਲ 9 ਖਿੱਚ ਕੇ ਕੱਢ ਬਾਹਰ ਦੇਣ, ਕੱਢ ਦੇਵੇ ਜਿਵੇਂ ਕੱਢਦੇ ਰਹੇ ਨੇ, ਜਿਵੇਂ ਅੱਗੇ ਕੱਢਦੇ ਹੀ ਰਹੇ ਆ ਬਹੁਤ ਕੇਸਾਂ ਦੇ ਵਿੱਚ। ਜੀ। ਜਾਂ ਫਿਰ ਇਹ ਟੁੱਟਦਾ ਹੀ ਨਹੀਂ ਹੁੰਦਾ। ਜੀ, ਤੇ ਇਹ ਜਿਹੜਾ ਤੁਸੀਂ ਹੁਣ ਗੱਲ ਕਰਦੇ ਹੋ ਅਕਾਲੀ ਤੇ ਭਾਜਪਾ ਦੀ, ਜੀ। ਇਹ ਬੇਸਿਕਲੀ 9 ਮਾਸ ਦਾ ਰਿਸ਼ਤਾ ਹੈ ਹੀ ਨਹੀਂ ਸੀ। ਇਹ ਇੱਕ ਡਰਾਮਾ ਹੀ ਕੀਤਾ ਹੋਇਆ ਸੀਗਾ ਮੈਰਿਜ ਆਫ ਕਨਵੀਨੀਅੰਸ। ਮੈਰਿਜ ਆਫ ਕਨਵੀਨੀਅੰਸ ਕਹਿ ਲਓ, ਜਾਂ ਮੈਂ ਤਾਂ ਇਹਨੂੰ ਕਹਿੰਦਾ ਹੀ ਨਜਾਇਜ਼ ਸੰਬੰਧ ਹੈ, ਵੀ ਇਹ ਸੰਬੰਧ ਸਹੀ ਹੈ ਹੀ ਨਹੀਂ ਸੀ। ਜੀ, ਕਿਉਂਕਿ ਇਹਦੇ 'ਚ ਮੈਂ ਸ਼ੁਰੂ ਤੋਂ ਦੇਖਿਆ, ਆਪਣੇ ਅੱਖੀਂ ਦੇਖਿਆ ਹੋਇਆ, ਜਿਹਨੂੰ ਇਹ ਕਹਿੰਦੇ ਵੀ 24 ਸਾਲ ਬਾਅਦ ਇਹ ਰਿਸ਼ਤਾ ਟੁੱਟਿਆ, ਵੀ 96 'ਚ ਬਣਿਆ ਸੀਗਾ। ਉਹ ਜਿੱਦਣ ਇਹ ਰਿਸ਼ਤਾ ਬਣਿਆ ਉਦੋਂ ਮੈਂ ਪਰਸਨਲੀ ਇਹਦੇ ਵਿੱਚ ਇਨਵੋਲਵ ਸੀਗਾ, ਕਿਉਂਕਿ ਅਸੀਂ ਐਜ਼ ਹਿਊਮਨ ਰਾਈਟਸ ਐਕਟੀਵਿਸਟ ਜਿੱਦਣ ਇਹ ਇਲੈਕਸ਼ਨ ਹੋਈ ਪਾਰਲੀਮੈਂਟ ਦੀ, ਉਹਦੇ 'ਚ 8 ਅਕਾਲੀ MP ਜਿੱਤੇ ਸੀਗੇ। ਅੱਛਾ ਜੀ। ਤੇ ਅਸੀਂ ਇਮੀਡੀਏਟਲੀ, ਬੜਾ ਵੱਡੀ ਗੱਲ ਸੀਗੀ ਤੇ ਬੜਾ ਬਰੀਕ ਫਰਕ ਸੀਗਾ, ਕਿਉਂਕਿ ਬਹੁਤ ਥੋੜ੍ਹਿਆਂ ਦਾ ਫਰਕ ਸੀਗਾ, ਤੇ 8-8 ਬੰਦਿਆਂ ਦੀ ਵੀ ਵੈਲਿਊ ਸੀਗੀ। ਬਿਲਕੁਲ, 13 ਸੀਟਾਂ ਚਾਹੀਦੀਆਂ ਸੀ ਉਹਨਾਂ ਨੂੰ। ਤੇ ਉਦੋਂ ਅਸੀਂ ਬਹੁਤ ਵੱਡੇ ਸੰਘਰਸ਼ 'ਚੋਂ ਲੰਘ ਰਹੇ ਸੀਗੇ। ਜੀ। ਪਿਛਲੇ 10-15 ਸਾਲ ਤੋਂ ਪੰਜਾਬ ਦੇ ਵਿੱਚ ਬਹੁਤ ਵੱਡਾ ਸੰਘਰਸ਼ ਚੱਲਿਆ ਸੀ। ਜੀ। ਅਸੀਂ ਇਮੀਡੀਏਟਲੀ ਇੱਕ ਲੈਟਰ ਲਿਖੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜੋ ਉਸ ਵਕਤ ਪ੍ਰਧਾਨ ਸੀਗੇ ਅਕਾਲੀ ਦਲ ਦੇ, ਉਹਨਾਂ ਨੂੰ, ਤੇ ਸਾਰੇ MPਆਂ ਨੂੰ ਉਹਦੀ ਇੱਕ ਕਾਪੀ ਉਹ ਤਿਆਰ ਕਰਕੇ ਉਹਦੇ 'ਚ ਅਸੀਂ ਇਹ ਗੱਲਾਂ ਲਿਖੀਆਂ ਸੀ ਵੀ ਜਿਹੜੀਆਂ ਪੰਜਾਬ 'ਚ ਪਿਛਲੇ ਸਾਲਾਂ ਦੇ ਵਿੱਚ ਸਾਡੀਆਂ ਮੰਗਾਂ ਰਹੀਆਂ ਨੇ, ਪਾਣੀ ਤੋਂ ਸ਼ੁਰੂ ਹੋ ਕੇ ਹੋਰ ਸਾਰੀਆਂ ਮੰਗਾਂ ਜੋ ਉਸ ਵਕਤ ਦੀਆਂ ਚੱਲ ਰਹੀਆਂ ਸੀ, ਜੀ। ਤੇ ਦਰਬਾਰ ਸਾਹਿਬ ਦੇ ਨਾਲ ਅੰਮ੍ਰਿਤਸਰ ਨੂੰ ਹੋਲੀ ਸਿਟੀ ਦੀਆਂ ਤੇ ਹੋਰ ਜਿਹੜੀਆਂ ਉਦੋਂ ਸੀਗੀਆਂ ਤੋਂ ਲੈ ਕੇ ਜਿਹੜੇ ਪਿਛਲੇ 10 ਸਾਲਾਂ ਦੇ ਵਿੱਚ ਸੰਘਰਸ਼ ਦੇ ਦੌਰਾਨ ਬੰਦੇ ਪੁਲਿਸ ਦੀ ਹਿਰਾਸਤ ਵਿੱਚ ਰੱਖੇ ਹੋਏ ਸੀ ਜਾਂ ਗਲਤ ਕੇਸ ਪਾ ਕੇ ਜੇਲ੍ਹਾਂ ਦੇ ਵਿੱਚ ਬੰਦ ਸੀ, ਉਹਨਾਂ ਦੀ ਰਿਹਾਈ ਤੱਕ ਮਤਲਬ ਸਾਰਾ ਕੁਝ ਉਹਦੇ 'ਚ ਕਵਰਡ ਸੀਗਾ ਵੀ ਆਹ ਚੀਜ਼ਾਂ ਸਾਡੀਆਂ ਹੈਗੀਆਂ। ਵੀ ਇਹ ਅਸੀਂ ਡਿਮਾਂਡ ਰੱਖੀਏ ਵੀ ਜਿਹੜੀ ਪੋਲੀਟੀਕਲ ਪਾਰਟੀ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਕਨਫਰਮ ਕਰਦੀ ਹੈ ਵੀ ਇਹਨਾਂ ਚੀਜ਼ਾਂ ਦੇ ਉੱਤੇ, ਇਹਨਾਂ ਮੰਗਾਂ ਦੇ ਉੱਤੇ ਅਸੀਂ ਤੁਹਾਡਾ ਸਾਥ ਦੇਵਾਂਗੇ, ਜੀ, ਅਕਾਲੀ ਦਲ ਉਹਨੂੰ ਕਹੇ ਵੀ ਅਸੀਂ ਇਹਦੇ ਨਾਲ ਜੋੜਾਂਗੇ। ਅੱਛਾ ਜੀ। ਤੇ ਇਹ ਚੀਜ਼ ਦੇਣ ਦੀ ਮੇਰੀ ਡਿਊਟੀ ਲੱਗ ਗਈ ਇਸ ਜੀ। ਆਰਗੇਨਾਈਜੇਸ਼ਨ ਵੱਲੋਂ। ਜੀ। ਲੁਧਿਆਣੇ ਦੇ MP ਉਦੋਂ ਜਿੱਤੇ ਸੀਗੇ ਅਮਰੀਕ ਸਿੰਘ ਆਲੀਵਾਲ, ਬਿਲਕੁਲ, ਵੀ ਉਹਨਾਂ ਨੂੰ ਆਪਾਂ ਲੋਕਲ ਹੋਣ ਕਰਕੇ ਉਹਨਾਂ ਨੂੰ ਮਿਲੀਏ। ਜੀ। ਮੈਂ ਉਹਨਾਂ ਦੇ ਘਰੇ ਗਿਆ ਜੀ। ਜੀ, ਸਾਰੀਆਂ ਇਹ ਲੈਟਰਸ ਲੈ ਕੇ, ਤੇ ਉਹਨਾਂ ਨੂੰ ਮੈਂ ਪਰਸਨਲੀ ਡਿਲੀਵਰ ਕੀਤੀਆਂ। ਅੱਛਾ ਜੀ। ਤੇ ਉਹ ਕਹਿੰਦੇ ਵੀ ਕੀ ਹੈ, ਮੈਂ ਕਿਹਾ ਜੀ ਤੁਹਾਡੇ ਲਈ ਵੀ ਵਿੱਚ ਹੀ ਲੈਟਰ ਹੈਗੀ ਆ, ਤੁਸੀਂ ਪਹਿਲਾਂ ਉਹੀ ਖੋਲ੍ਹ ਕੇ ਪੜ੍ਹ ਲਓ।
ਤੇ ਪੜ੍ਹ ਕੇ ਕਹਿ ਲੈ ਇਹ ਕਿਹੜੀ ਕਹਿਣ ਵਾਲੀ ਗੱਲ ਹੈ, ਇਹ ਤਾਂ ਮਿਨੀਮਮ ਗੱਲ ਹੈ ਹੀ ਹੈ। ਅਸੀਂ ਸਾਰੇ ਤੁਹਾਡਾ ਇਕੱਠੇ, ਤੁਸੀਂ ਇਕੱਲੇ ਥੋੜ੍ਹੋ ਸੀ ਇਸ ਗੱਲ 'ਚ, ਅਸੀਂ ਵੀ ਤੁਹਾਡੇ ਨਾਲ ਸੀਗੇ। ਅਸੀਂ ਜਦੋਂ ਕੋਈ ਅਰੈਸਟ ਵਗੈਰਾ ਦਿੰਦੇ ਸੀ ਥਾਣੇ 'ਚ, ਸਾਨੂੰ ਚੱਕ ਕੇ ਲੈ ਜਾਂਦੇ ਸੀ ਪੁਲਿਸ ਵਾਲੇ, ਤਾਂ ਆਲੀਵਾਲ ਸਾਹਿਬ ਤੇ ਇਹਨਾਂ ਦੇ ਸਾਥੀ ਲੰਗਰ ਵਗੈਰਾ ਵੀ ਸਾਡੇ ਕੋਲ ਲੈ ਕੇ ਆਉਂਦੇ ਹੁੰਦੇ ਸੀਗੇ ਤੇ ਸਪੋਰਟ ਕਰਦੇ ਸੀ ਬੜੀ। ਕਹਿੰਦੇ ਬਿਲਕੁਲ ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਤਾਂ ਇਦੋਂ ਬਿਨਾਂ ਕਰਨਾ ਹੀ ਨਹੀਂ ਚਾਹੀਦਾ ਜੀ। ਤੇ ਇਹਨਾਂ ਨੇ ਜੀ ਦੂਜੇ ਦਿਨ ਸਵੇਰੇ ਅਖਬਾਰ 'ਚ ਆਪਦੇ ਵੱਲੋਂ ਵੀ ਸਟੇਟਮੈਂਟ ਦੇਤੀ ਜੀ ਵੀ ਅਕਾਲੀ ਦਲ ਨੂੰ ਆਹ ਮੰਗਾਂ ਦੇ ਉੱਤੇ ਖੜਨਾ ਚਾਹੀਦਾ, ਜਿਹੜੀ ਪਾਰਟੀ ਇਹਨਾਂ ਨੂੰ ਹਮਾਇਤ ਦਿੰਦੀ ਹੈ ਉਹਨੂੰ ਅਸੀਂ ਹਮਾਇਤ ਦਈਏ। ਅੱਛਾ ਜੀ। ਇਸੇ ਲਾਈਨ ਤੇ ਟੌਹੜਾ ਸਾਹਿਬ ਨੇ ਪਟਿਆਲੇ ਤੋਂ ਬਿਆਨ ਦੇਤਾ। ਅੱਛਾ ਜੀ। ਇਹ ਹੋਣਾ ਚਾਹੀਦਾ। ਚਲੋ ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਕਰਕੇ ਹੀ ਉਹਨਾਂ ਨੇ ਕਿਹਾ, ਆਪਣੇ ਤੌਰ ਤੇ ਉਹਨਾਂ ਨੇ ਆਪਣੇ ਤੌਰ ਤੇ ਵੀ ਕਿਹਾ ਹੋ ਸਕਦਾ, ਪਰ ਉਹਦਾ ਇਫੈਕਟ ਕੀ ਹੋਇਆ ਵੀ ਦੁਪਹਿਰ ਨੂੰ ਬਾਦਲ ਸਾਹਿਬ ਸਿੱਧੇ ਦਿੱਲੀ ਭੱਜ ਗਏ ਜੀ, ਤੇ ਸ਼ਾਮ ਨੂੰ ਜਾ ਕੇ ਇਹਨਾਂ ਨੇ ਦਿੱਲੀ ਤੋਂ ਐਲਾਨ ਕਰਤਾ ਅਨਕੰਡੀਸ਼ਨਲ ਸਪੋਰਟ ਟੂ ਬੀਜੇਪੀ। ਇਹ ਜਿਹੜਾ ਸੀਗਾ, ਇਹ ਸਾਡਾ ਜਿਹੜਾ ਸ਼ੁਰੂਆਤ ਹੋਈ ਹੈ 9 ਮਾਸ ਦੇ ਨੀਂਹ ਪੱਥਰੇ ਮੇ ਰੱਖਿਆ ਗਿਆ, ਇਹ ਹਾਲਾਤਾਂ 'ਚ ਰੱਖਿਆ ਗਿਆ ਜਦੋਂ ਸਾਰੇ ਇਹ ਸੋਚਦੇ ਸੀ, ਪੰਜਾਬ ਦੇ ਸਾਰੇ ਵਾਸੀ, ਈਵਨ ਅਕਾਲੀ ਦਲ ਦੇ ਜਿਹੜੇ ਮੇਨ ਬੰਦੇ ਸੀਗੇ ਉਹ ਵੀ ਸਾਰੇ ਇਹ ਸੋਚਦੇ ਸੀਗੇ ਵੀ ਸਾਨੂੰ ਘੱਟੋ ਘੱਟ ਪੰਜਾਬ ਦੀਆਂ ਜਿਹੜੀਆਂ ਮੇਨ ਡਿਮਾਂਡਸ ਨੇ ਉਹ ਨਾਲ ਗੱਲ ਰੱਖ ਕੇ ਫਿਰ ਕਿਸੇ ਨੂੰ ਹਮਾਇਤ ਦੇਣੀ ਚਾਹੀਦੀ ਹੈ। ਤੇ ਇਹ ਉਦਣ ਸ਼ਾਮ ਨੂੰ ਇਹਦਾ ਪੱਥਰ ਰੱਖਿਆ ਗਿਆ ਅਕਾਲੀ ਦਲ ਤੇ ਬੀਜੇਪੀ ਦੀ ਸਾਂਝ ਦਾ। ਇਹਦੇ ਅੰਦਰੋਂ ਕੋਈ ਹੋਰ ਡਿਮਾਂਡ ਰੱਖੀ ਗਈ ਹੋਵੇ ਜਿਹੜੀ ਅਨਕੰਡੀਸ਼ਨਲ ਸੀਗੀ, ਕੋਈ ਮੁੰਡੇ ਬਾਰੇ ਕੋਈ ਮੰਤਰੀ ਬਣਾਉਣ ਦੀ ਜਾਂ ਕੁਛ, ਇਹ ਤਾਂ ਹੁਣ ਉਹੀ ਜਾਣਦੇ ਆ, ਪਰ ਪਬਲਿਕਲੀ ਉਹ ਅਨਕੰਡੀਸ਼ਨਲ ਸਪੋਰਟ ਸੀਗੀ। ਤੇ ਹੁਣ ਤੱਕ ਉਹ ਉਵੇਂ ਹੀ ਚੱਲਦੀ ਰਹੀ ਹੈ। ਕੰਡੀਸ਼ਨਸ ਪੰਜਾਬ ਦੀਆਂ ਕੁਛ ਨਹੀਂ ਹੋਈਆਂ। ਅਸੀਂ ਨਹੀਂ ਕਹਿੰਦੇ ਵੀ ਕਿਸੇ ਦੀ ਸਾਂਝ ਨਹੀਂ ਹੋਣੀ ਚਾਹੀਦੀ, ਸਾਂਝ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ, ਜਿਹੜੀ ਇੱਕ ਖੇਤਰੀ ਪਾਰਟੀ ਹੈ ਉਹਨੂੰ ਲੋੜ ਹੈ ਨੈਸ਼ਨਲ ਲੈਵਲ 'ਤੇ ਵੀ ਚੱਲਣ ਦੀ, ਪਰ ਉਹ ਜਿਹੜੀ ਸਾਂਝ ਹੈ ਉਹਦਾ ਕੁਛ ਨਾ ਕੁਛ ਬੇਸ ਜ਼ਰੂਰ ਹੋਣਾ ਚਾਹੀਦਾ ਜੀ। ਜਿਵੇਂ ਹੁਣ ਅਕਾਲੀ ਦਲ ਹੈ, ਇਹ ਸ਼ੁਰੂ ਤੋਂ ਮੋਰ ਪਾਵਰ ਟੂ ਸਟੇਟਸ, ਫੈਡਰਲ ਢਾਂਚਾ ਜਿਹੜਾ ਹੈਗਾ ਉਹਦੀ ਸਪੋਰਟ ਕਰਦਾ ਹੈ। ਅੱਛਾ ਜੀ। ਪਰ ਜਿਹੜੀ ਬੀਜੇਪੀ ਹੈ ਇਹ ਸਿਰਫ ਕਹਿੰਦੀ ਨਹੀਂ ਗੀ, ਇਹ ਤਾਂ ਨੰਗੇ ਚਿੱਟੇ ਹੋ ਕੇ ਫੈਡਰਲ ਢਾਂਚੇ ਦੇ ਉਲਟ ਨੇ। ਮੋਰ ਪਾਵਰਸ ਟੂ ਸਟੇਟਸ, ਜਿਹੜੀਆਂ ਸਟੇਟਾਂ ਦੀਆਂ ਪਾਵਰਸ ਨੇ, ਚਾਹੇ ਆ ਹੁਣ ਐਗਰੀਕਲਚਰ ਦੇ ਬਿੱਲ ਹੈ, ਇਹਦੇ 'ਚ ਤੁਸੀਂ ਦੇਖ ਲਓ ਇਹਨਾਂ ਨੇ ਜਿਹੜੀ ਐਗਰੀਕਲਚਰ ਹੈ ਇਹ ਸਟੇਟ ਲਿਸਟ 'ਚ ਆਉਂਦੀ ਹੈ, ਇਹਦੇ 'ਤੇ ਕਾਨੂੰਨ ਬਣਾਏ, ਇਹ ਵੀ ਦਖਲਅੰਦਾਜ਼ੀ ਹੈ ਸਟੇਟਾਂ ਦੇ ਹੱਕਾਂ 'ਚ। ਉਸੇ ਤਰ੍ਹਾਂ ਜਿਹੜਾ ਹੁਣ ਪੁਲਿਸ ਹੈ ਉਹ ਸਾਰੀਆਂ ਸਟੇਟਾਂ ਦਾ ਸਬਜੈਕਟ ਹੈ, ਪੁਲਿਸਿੰਗ ਕਿਵੇਂ ਕਰਨੀ ਹੈ। ਇਹਨਾਂ ਨੇ ਇੱਕ NIA ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਉਹ ਬਣਾਈ ਹੋਈ ਹੈ ਦਿੱਲੀ 'ਚ। ਉਹਦਾ ਕੰਮ ਕੀ ਹੈ ਬਈ ਉਹ ਕਿਸੇ ਸਟੇਟ ਦੇ ਵਿੱਚ ਜਦੋਂ ਕਰਦੀ ਹੈ ਤਾਂ ਉਹਨੂੰ ਪੁੱਛਣ ਦੀ ਵੀ ਲੋੜ ਨਹੀਂ ਗੀ ਉਸ ਸਟੇਟ ਦੀ ਪੁਲਿਸ ਤੋਂ, ਜਿਹਨੂੰ ਉਹ ਟੈਰੋਰਿਸਟ ਐਕਟ ਲੱਗਦਾ ਉਹਨਾਂ ਨੂੰ, ਉਸ ਚੀਜ਼ ਦੇ ਵਿੱਚ ਉਹ ਜਾ ਕੇ ਦਖਲਅੰਦਾਜ਼ੀ ਕਰ ਸਕਦੇ ਆ। ਇਹ ਬੜਾ ਅਜੀਬ ਤਰ੍ਹਾਂ ਦਾ ਇਹਨਾਂ ਦਾ ਹੈਗਾ ਜੀ, ਦੋਨੋਂ ਡਿਫਰੈਂਟ ਆਈਡੀਓਲੋਜੀਜ਼ ਨੇ, ਤੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਇਹਨਾਂ ਦਾ ਸਮਝੌਤਾ ਹੈ। ਇਹ ਮੁਹਾਵਰਾ ਹੈ ਤੇ 2 ਸ਼ੇਰ ਨੇ, ਮੈਂ 3 ਤੁਹਾਡੇ ਨਾਲ ਸਾਂਝੇ ਕਰਾਂਗਾ। ਫਾਰਸੀ ਦੇ ਵਿੱਚ ਕਹਿੰਦੇ ਨੇ ਦੇਰ ਆਇਦ ਦਰੁਸਤ ਆਇਦ। ਇੱਕ ਕਿਹਾ ਜਾਂਦਾ ਹੈ ਕਿ ਬਹੁਤ ਦੇਰ ਕਰਤੀ ਸਨਮ ਆਤੇ ਆਤੇ, ਜਾਂ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ। ਗਾਲਿਬ ਦਾ ਸ਼ੇਰ ਹੈ। ਇਹਨਾਂ ਤਿੰਨਾਂ ਚੋਂ ਕਿਹੜੀ ਟੁੱਕਦੀ ਇਹਨਾਂ ਤੇ ਵਾਦਾ? ਅੱਧੀਆਂ ਤਿੰਨੇ ਹੈ ਜੀ। ਠੀਕ ਹੈ ਜੀ। ਕਿਉਂਕਿ ਬੇਆਬਰੂ ਤਾਂ ਚਲੋ ਹੋਏ ਹੀ ਨੇ ਜੀ, ਕਿਉਂਕਿ ਬੀਜੇਪੀ ਵੀ ਇਹਨਾਂ ਨੂੰ ਰੱਖ ਕੇ ਰਾਜੀ ਨਹੀਂ ਸੀ ਜੀ, ਉਹਨਾਂ ਦੇ ਆਪਣੇ ਕਾਰਨ ਸੀ ਜੀ। ਜਿਹੜੇ ਦੂਜੇ ਹੈਗੇ ਦੇਰ ਕਰਦੀ, ਹਾਂਜੀ, ਚਲੋ ਉਹ ਵੀ ਠੀਕ ਹੈ ਜੀ। ਪਰ ਤੀਜੀ ਗੱਲ ਇਹ ਹੈਗੀ, ਤੀਜਾ ਤੁਸੀਂ ਸ਼ੇਅਰ ਦੇਰ ਆਏ ਦਰੁਸਤ ਆਏ, ਦੇਰ ਆਏ ਦਰੁਸਤ ਆਏ। ਇਹਦੇ 'ਚ ਇਹ ਹੈਗਾ ਵੀ ਦੇਰ ਤਾਂ ਆਏ ਜੀ, ਪਰ ਦਰੁਸਤ ਆਏ ਕਿ ਨਹੀਂ ਹਜੇ ਉਹ ਨਹੀਂ ਪਤਾ। ਉਹ ਨਹੀਂ ਜੇ ਕਿਤੇ ਇਹ ਤੁਹਾਡੇ ਵਾਲੀ ਗੱਲ ਸੱਚੀ ਹੋਵੇ ਜੀ ਤਾਂ ਬਹੁਤ ਚੰਗੀ ਗੱਲ ਹੈ ਜੀ, ਕਿਉਂਕਿ ਦੇਖੋ ਇਹਦੇ 'ਚ ਇਹ ਆ ਬਈ ਗਲਤ ਤਾਂ ਹੋਏ ਸੀ ਜੀ, ਕਾਫੀ ਦੇਰ ਤੋਂ ਗਲਤ ਚੱਲ ਰਿਹਾ ਸੀ ਕੰਮ ਜੀ, ਜੀ, ਤੇ ਆਸ ਵੀ ਕੀਤੀ ਜਾਂਦੀ ਸੀ ਬਈ ਇਹ ਦਰੁਸਤ ਆ ਜਾਣਗੇ। ਹਜੇ ਹੁਣ ਜਿਹੜੀ ਗੱਲ ਹੈ ਉਹ ਦੇਖਣ ਵਾਲੀ ਹੈ ਵੀ ਇਕੱਲਾ ਇਹ ਫਾਰਮਰਸ ਇਸ਼ੂ ਤੇ ਬੀਜੇਪੀ ਨੂੰ ਛੱਡਤਾ, ਇਹਨਾਂ ਨੇ NDA ਨੂੰ ਛੱਡਤਾ ਜੀ। ਕੀ ਇੱਥੇ ਗੱਲ ਖਤਮ ਹੋ ਗਈ? ਜੇ ਤਾਂ ਸਿਰਫ ਸਾਡਾ ਪਰਪਸ ਇੰਨਾ ਹੈ ਕਿ ਲੋਕ ਦਿਖਾਵਾ ਹੈ ਜੀ, ਬਈ ਅਸੀਂ ਛੱਡਤਾ ਜੀ ਲੋ ਜੀ NDA ਨੂੰ, ਜੀ, ਕਿਸਾਨਾਂ ਦੇ ਇਸ਼ੂ ਤੇ ਛੱਡਤਾ ਜੀ, ਅਸੀਂ ਕਿਸਾਨਾਂ ਲਈ ਵਚਨਬੱਧ ਹੈ ਜੀ, ਫਿਰ ਤਾਂ ਇਹਦੇ 'ਚੋਂ ਕੀ ਬਹੁਤਾ ਕੁਝ ਨਹੀਂ ਲੱਭਣਾ, ਨਾ ਕਦੇ ਕਿਸਾਨਾਂ ਲਈ ਵਚਨਬੱਧ ਹੋਣਾ ਨਾ ਕੁਝ ਹੋਰ ਹੋਣਾ। ਪਰਪਸ ਸਾਡਾ ਸਿਰਫ ਉੱਥੇ ਹੀ ਰਹੂਗਾ ਵੀ ਅਸੀਂ ਇਲੈਕਸ਼ਨਾਂ ਲਈ ਵੋਟਾਂ ਲੈਣੀਆਂ ਜੀ। ਜੇ ਸੱਚੀ ਦਰੁਸਤ ਆ ਗਏ ਫਿਰ ਇਸ ਤੋਂ ਗਾਹਾਂ ਤੁਰਨ ਦੀ ਲੋੜ ਹੈ ਜੀ, ਜੋ ਇੱਕ ਸਹੀ ਇਹਨਾਂ ਦਾ ਰੋਲ ਬਣਦਾ ਹੈ ਬਿਲਕੁਲ, ਫਿਰ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਹੈ। ਮੈਂ ਅਕਾਲੀ ਦਲ ਨੂੰ ਗਲਤ ਨਹੀਂ ਕਹਿੰਦਾ ਜੀ, ਅਕਾਲੀ ਦਲ ਦਾ ਬਹੁਤ ਵੱਡਾ ਰੋਲ ਹੈ। ਬਿਲਕੁਲ, ਜੇ ਅਸੀਂ 1920 ਤੋਂ ਚੱਲਦੇ ਹਾਂ, ਸਾਰੀਆਂ ਜਿਹੜੀਆਂ ਸ਼ੁਰੂ ਤੋਂ ਗੁਰਦੁਆਰਿਆਂ ਲਈ ਲੈ ਲਓ, ਉਸ ਤੋਂ ਬਾਅਦ 47 ਤੋਂ ਬਾਅਦ ਲੈ ਲਓ ਤੁਸੀਂ, ਜਦੋਂ ਪੰਜਾਬ ਦੇ ਇਸ਼ੂ ਸੀਗੇ ਉਹਦੇ ਤੇ ਇਹਨਾਂ ਨੇ ਪੂਰੀ ਲੜਾਈ ਲੜੀ ਹੈ। ਪੰਜਾਬੀ ਸੂਬਾ ਜੋ ਸਾਡਾ ਕੇਂਦਰ ਸਾਨੂੰ ਦੇਣਾ ਨਹੀਂ ਸੀ ਚਾਹੁੰਦਾ, ਜੀ, ਉਹ ਚਲੋ ਬਾਅਦ 'ਚ ਵੀ ਚਾਹੇ ਸਹੀ ਨਹੀਂ ਦਿੱਤਾ,
ਉਹ ਪੰਜਾਬੀ ਸੂਬੇ ਦੀ ਲੜਾਈ ਬਹੁਤ ਸੁਹਿਰਦਤਾ ਨਾਲ ਲੜੀ। ਬਿਲਕੁਲ ਉਹਦੇ 'ਚ ਡਿਮਾਂਡ ਆਪਣੀ ਪ੍ਰੋਪਰ ਰੱਖਦੇ ਰਹੇ ਵੀ ਸਾਨੂੰ ਜਿਹੜਾ ਹੈਗਾ ਖੁਦ ਮੁਖਤਿਆਰ ਸੂਬਾ ਜਿਹੜਾ ਹੈਗਾ ਉਹ ਚਾਹੀਦਾ ਹੈਗਾ। ਤਿੰਨ ਚੀਜ਼ਾਂ ਦੀ ਸਾਂਝ ਰੱਖ ਕੇ ਜਿਹੜਾ ਪੰਜਾਬੀ ਸੂਬੇ ਦੀ ਬੇਸਿਕ ਲੜਾਈ ਸੀ ਉਹ ਤਾਂ ਇਹੀ ਸੀਗੀ ਫੈਡਰਲ ਢਾਂਚੇ ਤੇ। ਬਿਲਕੁਲ ਤੇ ਉਹਦੇ ਤੇ ਵੀ ਇਹਨਾਂ ਨੇ ਪੂਰੀ ਲੜਾਈ ਲਈ ਹੈ। ਉਸ ਤੋਂ ਬਾਅਦ ਵੀ ਈਵਨ ਅਨੰਦਪੁਰ ਸਾਹਿਬ ਦਾ ਮਤਾ ਵੀ ਜੇ ਅਸੀਂ ਲੈ ਲਈਏ ਉਹ ਵੀ ਉਹੀ ਸੀਗਾ, ਉਹ ਵੀ ਫੈਡਰਲ ਢਾਂਚੇ ਤੇ ਆਧਾਰਿਤ ਸੀਗਾ। ਬਿਲਕੁਲ ਤੇ ਉਹ ਹੁਣ ਜਿਹੜੀਆਂ ਅਸਲੀ ਚੀਜ਼ਾਂ ਨੇ ਇਹਨਾਂ ਨੂੰ ਮੁੜ ਕੇ ਉੱਥੇ ਜਾਣ ਦੀ ਲੋੜ ਹੈ, ਵਿਸਰ ਗਈਆਂ ਨੇ, ਉਹ ਵਿਸਰ ਚੁੱਕੀਆਂ ਨੇ। ਜੇ ਦਰੁਸਤ ਆਮਦ ਆਪਣੀ ਜਿਹੜੀ ਗੱਲ ਹੈ ਉਹ ਤਾਂ ਹੀ ਆਪਾਂ ਮੰਨ ਸਕਦੇ ਹਾਂ ਵੀ ਇਹ ਦਰੁਸਤ ਆ ਗਏ ਹੈ ਜੇ ਉਹ ਬੇਸਿਕਸ ਜਿਹੜਾ ਹੈਗਾ ਬੇਸ਼ੱਕ ਰੱਖਣ। ਸੈਕੂਲਰਿਜ਼ਮ ਕੋਈ ਏਡੀ ਮਾੜੀ ਗੱਲ ਨਹੀਂ ਹੈ ਜੀ। ਜੇ ਹੁਣ ਇਹਨਾਂ ਨੇ ਕਹਿਤਾ ਵੀ ਅਸੀਂ ਇਹਨੂੰ ਸੈਕੂਲਰ ਪਾਰਟੀ ਬਣਾਤਾ ਹੈ, ਸਿੱਖ ਪਾਰਟੀ ਨਹੀਂ ਜੀ, ਤਾਂ ਵੀ ਤੁਸੀਂ ਸਿੱਖ ਪਾਰਟੀ ਹੋਵੇ ਚਾਹੇ ਉਹ ਇੱਕ ਸੈਕੂਲਰ ਪਾਰਟੀ ਹੈ। ਪੰਜਾਬ ਸਟੇਟ ਦੇ ਭਲੇ ਦੇ ਲਈ ਗੱਲ ਕਰਨਾ ਹਰ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਕੰਮ ਕਰਦੀ ਹੈ ਉਹਦਾ ਹੱਕ ਵੀ ਹੈ, ਉਹਦਾ ਫਰਜ਼ ਵੀ ਹੈ। ਤੇ ਉਹ ਸੈਕੂਲਰ ਆਪਣੇ ਆਪ ਨੂੰ ਰੱਖਦੇ ਹੋਏ ਪੰਜਾਬ ਦੇ ਮੁੱਦਿਆਂ ਤੇ ਇਹ ਕੰਮ ਕਰਨ, ਫੇਰ ਹੀ ਆਪਾਂ ਕਹਿ ਸਕਾਂਗੇ ਕਿ ਇਹ ਇੱਕ ਦਰੁਸਤ ਆਮਦ ਵਾਲੀ ਗੱਲ ਹੋਈ ਹੈ, ਸਹੀ ਆਏ ਨੇ। ਇੱਕ ਆਮ ਗੱਲ ਵੇਖਣ 'ਚ ਆਈ ਹੈ, ਸਰ ਸੁਖਬੀਰ ਸਿੰਘ ਬਾਦਲ ਜਦੋਂ ਤੋਂ ਅਕਾਲੀ ਦਲ ਦੇ ਸਰਪ੍ਰਸਤ ਬਣੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਥੋੜਾ ਪਿੱਛੇ ਹਟੇ ਨੇ ਕਿ ਕਈ ਫੈਸਲੇ ਲੈਣ ਦੇ ਵਿੱਚ ਇਹਨਾਂ ਨੇ ਬਹੁਤ ਦੇਰ ਕਰ ਦਿੱਤੀ, ਔਰ ਜਦੋਂ ਲੋਕਾਂ ਦਾ ਰੋਹ ਜਾਗਦਾ ਤੇ ਫਿਰ ਸੁਰਤ ਆਉਂਦੀ ਹੈ, ਜਿਨ੍ਹਾਂ ਵਿੱਚ ਸਿਰਸੇ ਵਾਲੇ ਸਾਧ ਦੀ ਮੁਆਫੀ ਦੀ ਗੱਲ ਹੈ, ਤੇ ਹੁਣ ਇਸੇ ਤਰ੍ਹਾਂ ਅਸਤੀਫਾ ਦੇਣ ਦੀ ਗੱਲ, ਤੇ ਫਿਰ ਐਨਡੀਏ ਦਾ ਸਾਥ ਛੱਡਣ ਦੀ ਗੱਲ। ਇਹਨਾਂ ਤਿੰਨਾਂ ਗੱਲਾਂ ਜਿਸ ਦਿਨ ਅਸਤੀਫਾ ਦਿੱਤਾ ਸੀ ਬੀਬੀ ਹਰਸਿਮਰਤ ਬਾਦਲ ਨੇ, ਜੇ ਉਸੇ ਦਿਨ ਐਨਡੀਏ ਦਾ ਸਾਥ ਛੱਡਣ ਦਾ ਐਲਾਨ ਕਰ ਦਿੰਦੇ ਤਾਂ ਕੋਈ ਫਰਕ ਲੋਕਾਂ ਦੇ ਵਿੱਚ ਚੰਗੀ ਪੈਂਠ ਬਣਨੀ ਸੀ, ਲੱਗਦਾ ਤੁਹਾਨੂੰ? ਥੋੜ੍ਹਾ ਫਰਕ ਜ਼ਰੂਰ ਪੈਣਾ ਸੀ ਜੀ, ਕਿਉਂਕਿ ਹੁਣ ਇਹ ਮਹਿਸੂਸ ਹੁੰਦਾ ਹੈ ਵੀ ਜਿਹੜੀ ਖਬਰਾਂ ਦੇ ਹੈਡਿੰਗਸ ਤੋਂ ਵੀ ਆਪਾਂ ਕਈ ਵਾਰੀ ਅੰਦਾਜ਼ਾ ਲਾਉਂਦੇ ਆ ਵੀ ਜਿਹੜੇ ਪੱਤਰਕਾਰ ਨੇ ਉਹ ਵੀ ਕਈ ਵਾਰੀ ਬੜੀ ਡੀਪਲੀ ਸਟੱਡੀ ਕੀਤਾ ਹੁੰਦਾ ਹੈ ਜੀ। ਕਈ ਅਖਬਾਰਾਂ ਦੇ ਵਿੱਚ ਇਹ ਖਬਰ ਦਾ ਹੈਡਿੰਗ ਲੱਗਿਆ ਸੀਗਾ ਜਦੋਂ ਹਰਸਿਮਰਤ ਕੌਰ ਦਾ ਜਿਹੜਾ ਅਸਤੀਫਾ ਉਹ ਪ੍ਰਵਾਨ ਕੀਤਾ ਗਿਆ ਵੀ ਅਕਾਲੀਜ਼ ਫੀਲ ਬਿਟਰੇਡ, ਜੀ, ਵੀ ਉਹ ਫੀਲ ਕਰ ਰਹੇ ਆ ਕਿ ਸਾਡੇ ਨਾਲ ਧੋਖਾ ਹੋਇਆ ਜੀ। ਉਹ ਖਬਰ ਬੜੀ ਡੀਪ ਮੀਨਿੰਗ ਰੱਖਦੀ ਹੈ। ਬਿਲਕੁਲ ਉਹਦੇ 'ਚੋਂ ਮਹਿਸੂਸ ਹੁੰਦਾ ਹੈ ਵੀ ਇਹਨਾਂ ਨੂੰ ਆਸ ਨਹੀਂ ਸੀਗੀ ਵੀ ਸਾਡਾ ਜਿਹੜਾ ਅਸਤੀਫਾ ਹੈਗਾ ਉਹ ਪ੍ਰਵਾਨ ਵੀ ਕਰ ਲਿਆ ਜਾਊਗਾ। ਅੱਛਾ ਜੀ। ਉਹ ਖਬਰ ਤੋਂ ਲੱਗਦਾ, ਮੈਨੂੰ ਨਹੀਂ ਪਤਾ, ਆਪਾਂ ਨੂੰ ਕਿਹੜਾ ਅੰਦਰੂਨੀ ਗੱਲਾਂ ਦਾ ਪਤਾ ਹੈ। ਇਹ ਤਾਂ ਹੁਣ ਅਖਬਾਰ ਦੀ ਖਬਰ ਦਾ ਜਿਹੜੀ ਬਣਤਰ ਹੈ ਉਹਦਾ ਹੈਡਿੰਗ ਹੈ ਉਹ ਅੰਦਰੋਂ ਬੋਲਦਾ ਹੈ ਵੀ ਉਹ ਬੰਦੇ ਨੂੰ ਕੁਝ ਦਿਸਿਆ ਜਿਸ ਪੱਤਰਕਾਰ ਨੇ ਹੈਡਿੰਗ ਲਾਇਆ ਫੀਲ ਬਿਟਰੇਡ। ਉੱਥੋਂ ਇਹ ਲੱਗਦਾ ਹੈਗਾ ਵੀ ਇਹਨਾਂ ਨੂੰ ਆਸ ਸੀਗੀ ਵੀ ਮਾੜਾ ਮੋਟਾ ਮਨਾਉਣਗੇ ਵੀ ਸਾਨੂੰ, ਪਰ ਬੀਜੇਪੀ ਪਹਿਲਾਂ ਹੀ ਇਹ ਚਾਹੁੰਦੀ ਸੀ ਜੀ। ਬੇਸਿਕਲੀ ਦੋਨਾਂ ਨੂੰ ਹੀ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਸੀ। ਇਹ ਤਾਂ ਇੱਕ ਕਾਰਨ ਬਣ ਗਿਆ ਪਿਛਲੇ ਕੁਝ ਸਮੇਂ ਤੋਂ, ਦੋਨਾਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਸੀ ਵੀ ਸਾਨੂੰ ਇੱਕ ਦੂਜੇ ਦਾ ਹੁਣ ਫਾਇਦਾ ਨਹੀਂ ਰਿਹਾ, ਇਸ ਕਰਕੇ ਦੋਨੋਂ ਇੱਕ ਦੂਜੇ ਤੋਂ ਅਲੱਗ ਹੋਣਾ ਹੀ ਚਾਹੁੰਦੇ ਸੀ। ਤੇ ਬੀਜੇਪੀ ਨੇ ਵੀ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ 'ਚ ਕੁਝ ਸਿੱਖ ਵਿਅਕਤੀਆਂ ਨੂੰ, ਸਿੱਖ ਫੇਸਿਸ ਨੂੰ ਬੀਜੇਪੀ ਦੇ ਵਿੱਚ ਨਵਾਂ ਸ਼ਾਮਲ ਕਰਨਾ ਸ਼ੁਰੂ ਕੀਤਾ ਹੋਇਆ ਸੀ। ਉਹ ਵੀ ਇਹ ਸੋਚ ਕੇ ਹੀ ਸੀਗਾ ਵੀ ਜੇ ਸਾਨੂੰ ਅਕਾਲੀ ਦਲ ਨਾਲੋਂ ਅਲੱਗ ਹੋਣਾ ਪੈਂਦਾ ਤਾਂ ਸਾਨੂੰ ਸਿੱਖ ਵੋਟਰਸ ਦੀ ਅਣਹੋਂਦ ਨਾ ਬੜੇ। ਸਾਬਕਾ ਪੁਲਿਸ ਡੀਆਈਜੀ ਇਕਬਾਲ ਸਿੰਘ ਲਾਲਪੁਰਾ ਨੂੰ ਕੌਮੀ ਬੁਲਾਰਾ ਨਿਯੁਕਤ ਕੀਤਾ ਜੀ ਹੁਣ ਇੱਕ ਦੋ ਦਿਨ ਪਹਿਲਾਂ। ਹਾਂਜੀ, ਉਹ ਵੀ ਇਸੇ ਚੀਜ਼ ਦਾ ਹਿੱਸਾ ਹੈਗਾ। ਪਹਿਲਾਂ ਸਾਡੇ ਪੁਰਾਣੇ ਮਿੱਤਰ ਨੇ, ਸਾਡੇ ਆਰਗੇਨਾਈਜੇਸ਼ਨ 'ਚ ਵੀ ਰਹੇ ਨੇ, ਹਰਿੰਦਰ ਸਿੰਘ ਖਾਲਸਾ ਜੀ, ਜਿਹੜੇ ਨਾਰਵੇ 'ਚ ਹੁੰਦੇ ਸੀਗੇ, ਉਹਨਾਂ ਨੂੰ ਵੀ ਪਾਰਟੀ ਦੇ ਵਿੱਚ ਲਿਆ ਗਿਆ ਤੇ ਉਹ ਸਾਰੀਆਂ ਇਸੇ ਚੀਜ਼ ਦੇ ਨਾਲ ਹੀ ਸੰਬੰਧਿਤ ਗੱਲਾਂ ਹੁੰਦੀਆਂ ਜੀ। ਠੀਕ ਹੈ ਜੀ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਪੁਲਿਸ ਦੀ ਕਾਰਜਕਾਰੀ, ਸੁਮੇਧ ਸੈਣੀ ਤੇ ਇੱਕ ਬਹੁਤ ਖਾਸ ਅਸੀਂ ਗੱਲਬਾਤ ਕਰਨੀ ਹੈ ਜੂਲੀਅਸ ਫਰਨਾਂਡਿਸ ਰਿਬੇਰੋ ਦੀ ਇੱਕ ਚਿੱਠੀ ਜੋ ਉਹਨਾਂ ਨੇ ਦਿੱਲੀ ਪੁਲਿਸ ਨੂੰ ਲਿਖੀ ਹੈ, ਉਹਦੀ ਗੱਲਬਾਤ ਹੋਵੇਗੀ। ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਆਪ ਜੀ ਦਾ ਸਵਾਗਤ ਹੈ। ਵਿਚਾਰ ਚਰਚਾ ਪ੍ਰੋਗਰਾਮ ਜਾਰੀ ਹੈ। ਗਰੇਵਾਲ ਸਾਹਿਬ, ਸੁਮੇਧ ਸੈਣੀ ਦੀ ਗੱਲਬਾਤ ਅਸੀਂ ਕਰਦੇ ਹਾਂ। ਪਤਾ ਨਹੀਂ ਉਹ ਕਿੱਥੇ ਕਿੱਥੇ ਭੱਜੇ ਫਿਰਦੇ ਰਹੇ ਤੇ ਫਿਰ ਉਹਨਾਂ ਨੂੰ ਰਾਹਤ ਮਿਲੀ ਜਾ ਕੇ ਸੁਪਰੀਮ ਕੋਰਟ ਤੋਂ, ਤੇ ਹੁਣ ਕੀ ਸਥਿਤੀ ਆ, ਉਹਨਾਂ ਦੀ ਪੇਸ਼ੀ ਕਿੱਥੇ ਹੋਈ ਹੈ ਜਾਂ ਕੋਈ ਉਹਨਾਂ ਤੇ ਕੋਈ ਹੋਰ ਵਾਰੰਟ ਵੀ ਨਿਕਲੇ ਨੇ, ਇਸ ਬਾਰੇ ਸਾਨੂੰ ਦੱਸੋ। ਸੈਣੀ ਬਾਰੇ ਕਈ ਚੀਜ਼ਾਂ ਨਵੀਆਂ ਆਈਆਂ ਜੀ ਪਿਛਲੇ ਕੁਝ ਦਿਨਾਂ 'ਚ ਜੀ। ਇੱਕ ਤਾਂ ਜਿਹੜਾ ਉਹਨਾਂ ਦੀ ਜ਼ਮਾਨਤ ਹੋਈ ਹੈ ਪਹਿਲੀ ਜੀ, ਇੱਕ ਤਾਂ ਸੁਪਰੀਮ ਕੋਰਟ ਤੋਂ ਮਿਲੀ ਹੈ ਨਾ, ਜਿਹੜਾ ਮਰਡਰ ਕੇਸ ਉਹਨਾਂ ਦੇ ਬਾਅਦ 'ਚ ਪਿਆ ਜੀ। ਉਸ ਤੋਂ ਪਹਿਲਾਂ ਜਿਹੜਾ ਅਬਡਕਸ਼ਨ ਵਾਲਾ ਕੇਸ ਹੈ, ਅੱਛਾ ਜੀ, ਉਹਦੇ ਵਿੱਚ ਜ਼ਮਾਨਤ ਹੋਈ ਹੈ ਇਹਨਾਂ ਨੂੰ ਮੋਹਾਲੀ ਕੋਰਟ ਤੋਂ। ਅੱਛਾ ਜੀ, ਉਹਦੇ ਖਿਲਾਫ ਪੁਲਿਸ ਨੇ ਹੁਣ ਅਪੀਲ ਕੀਤੀ ਹੈ ਹਾਈ ਕੋਰਟ 'ਚ। ਅੱਛਾ ਜੀ, ਵੀ ਉਹ ਜਿਹੜੀ ਜ਼ਮਾਨਤ ਹੈ ਉਹ ਵੀ ਰੱਦ ਹੋਣੀ ਚਾਹੀਦੀ ਹੈ। ਅੱਛਾ ਜੀ, ਕਿਉਂਕਿ ਉਹ ਕਹਿੰਦੇ ਵੀ ਇਹਦੇ 'ਚ ਇੱਕ ਬੜਾ ਸੀਰੀਅਸ ਇਸ਼ੂ ਸੀਗਾ ਜਿਹੜਾ ਕੋਰਟ ਨੇ ਧਿਆਨ 'ਚ ਨਹੀਂ ਕੀਤਾ ਜੀ, ਵੀ ਇਹਦੀ ਜਿਹੜੀ ਪੋਜੀਸ਼ਨ ਹੈ ਉਹ ਬੜੀ ਸੀਰੀਅਸਨੈਸ ਹੈ, ਵੀ ਇਹਦੀ ਬੜੀ ਹਾਈ ਪੋਜੀਸ਼ਨ ਰਹੀ ਹੈ, ਉਹਦੇ ਕਰਕੇ ਇਹ ਪ੍ਰਭਾਵ ਬਹੁਤ ਪਾ ਸਕਦਾ ਹੈਗਾ ਕੇਸ ਦੇ ਉੱਪਰ। ਅੱਛਾ ਜੀ, ਵੀ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਇਹਦੀ ਜ਼ਮਾਨਤ ਉਹ ਕੈਂਸਲ ਹੋਣੀ ਚਾਹੀਦੀ ਹੈ। ਉਹਦੇ 'ਚ ਜਸਟਿਸ ਜਿਹੜੇ ਫਤਿਹਦੀਪ ਸਿੰਘ ਨੇ ਹਾਈ ਕੋਰਟ ਦੇ ਜੀ, ਉਹਨਾਂ ਨੇ ਹੁਣ ਇਹਨਾਂ ਨੂੰ ਡਾਇਰੈਕਟ ਕੀਤਾ ਹੈਗਾ ਸੈਣੀ ਨੂੰ ਵੀ ਇਹ 3 ਨਵੰਬਰ ਤੱਕ ਆਪਣਾ ਪੱਖ ਇਸ ਚੀਜ਼ 'ਚ ਰੱਖਣਾ।
ਅੱਛਾ ਜੀ। ਇੱਕ ਤਾਂ ਇਹ ਇਹਨਾਂ ਦੀ ਗੱਲ ਠੀਕ ਹੈ ਹੈਗੀ ਜੀ। ਦੂਸਰੀ ਇਹਨਾਂ ਦੀ ਹੈਗੀ ਹੈ ਵੀ ਸੁਪਰੀਮ ਕੋਰਟ 'ਚ ਸੈਣੀ ਵੱਲੋਂ ਮੂਵ ਕੀਤਾ ਗਿਆ ਵੀ ਜਾਂ ਤਾਂ ਜਿਹੜੀ ਇਹ FIR ਹੈ ਇਹ ਕੁਐਸ਼ ਕੀਤੀ ਜਾਵੇ ਮੇਰੇ ਖਿਲਾਫ, ਅੱਛਾ ਜੀ। ਵੀ ਇਹ ਸਹੀ ਨਹੀਂ ਹੈਗੀ, ਇਹ ਕੁਐਸ਼ ਹੋਣੀ ਚਾਹੀਦੀ ਹੈ। ਜੇ ਕੁਐਸ਼ ਨਹੀਂ ਹੁੰਦੀ ਤਾਂ ਇਹ ਕੇਸ ਪੰਜਾਬ ਤੋਂ ਬਾਹਰ ਕਿਤੇ ਟਰਾਂਸਫਰ ਹੋਣਾ ਚਾਹੀਦਾ, ਕਿਉਂਕਿ ਮੈਨੂੰ ਪੰਜਾਬ ਦੇ ਵਿੱਚ ਲੱਗਦਾ ਹੈਗਾ ਕਿ ਮੇਰੇ ਨਾਲ ਧੱਕਾ ਹੋ ਰਿਹਾ। ਇੱਕ ਸਾਬਕਾ DGP ਇਹ ਗੱਲ ਕਹਿ ਰਿਹਾ ਵੀ ਪੁਲਿਸ ਵੱਲੋਂ ਮੇਰੇ ਨਾਲ ਧੱਕਾ ਹੋ ਰਿਹਾ। ਇਹਦਾ ਮਤਲਬ ਉਹਨੂੰ ਖੁਦ ਪਤਾ ਹੈ ਕਿ ਮੈਂ DGP ਹੁੰਦਾ ਹੋਇਆ ਪੰਜਾਬ ਦੀ ਪੁਲਿਸ ਨੂੰ ਕਹੀ ਜਿਹੀਆਂ ਲੀਹਾਂ 'ਤੇ ਪਾ ਕੇ ਗਿਆ ਹੋਇਆ ਵੀ ਉਹ ਆਮ ਬੰਦੇ ਨਾਲ ਕੀ ਕਰਦੀ ਹੋਊਗੀ, ਜਿਹਦੇ ਨੂੰ DGP ਨੂੰ ਵੀ ਇਹ ਲੱਗਦਾ ਹੈ ਪੁਰਾਣੇ ਨੂੰ ਵੀ ਮੇਰੇ ਨਾਲ ਵੀ ਧੱਕਾ ਹੋ ਸਕਦਾ, ਵੀ ਇਹਦੀ ਇਨਵੈਸਟੀਗੇਸ਼ਨ ਉਹ ਬਾਹਰ ਭਾਲ ਰਿਹਾ। ਤੀਸਰੀ ਇਹਦੇ 'ਚ ਗੱਲ ਇਹ ਹੋਈ ਹੈ ਵੀ ਉਹਨਾਂ ਨੇ ਹਾਈ ਕੋਰਟ ਤੋਂ ਇੱਕ ਉਹਨਾਂ ਨੂੰ ਮਿਲ ਗਈ ਹੈ ਰਾਹਤ ਕਿ 7 ਦਿਨ ਟਾਈਮ ਇਹਨਾਂ ਨੂੰ ਦੇਣਾ ਪਊਗਾ ਜੇ ਕੋਈ ਵੀ ਨਵਾਂ ਕੇਸ ਉਹਨਾਂ 'ਤੇ ਪਾ ਕੇ ਉਹਨਾਂ ਨੂੰ ਅਰੈਸਟ ਕਰਨਾ ਹੈ। ਅੱਛਾ ਜੀ। ਉਹ ਵੀ ਦੇਖੋ ਇਹਨਾਂ ਦੀ ਡਿਮਾਂਡ ਹੈਗੀ ਹੈ ਕਿ ਮੈਨੂੰ ਇੱਥੇ ਬਣਾਇਆ ਜਾ ਸਕਦਾ ਵਿਕਟਮ, ਅੱਛਾ ਜੀ। ਵੀ ਮੇਰੇ ਤੇ ਕੋਈ ਹੋਰ ਕੇਸ ਪੈ ਸਕਦਾ ਹੈ। ਜੀ ਪਹਿਲੀ ਗੱਲ ਤਾਂ ਇਹ ਵਿਕਟਮਾਈਜੇਸ਼ਨ ਅੱਖਰ ਦਾ ਮੀਨਿੰਗ ਹੀ ਬਦਲਤੇ। ਜੀ। ਵਿਕਟਮ ਉਹ ਬੰਦਾ ਹੁੰਦਾ ਹੈਗਾ ਵੀ ਜਿਹਨੇ ਕੋਈ ਧੱਕਾ ਨਾ ਕੀਤਾ ਹੋਵੇ, ਕੋਈ ਨਜਾਇਜ਼ ਕੰਮ ਨਾ ਕੀਤਾ ਹੋਵੇ, ਜੀ। ਉਹਦੇ ਤੇ ਕੋਈ ਗਲਤ ਕੇਸ ਪਾਇਆ ਜਾਵੇ, ਉਹਨੂੰ ਅਸੀਂ ਵਿਕਟਮ ਕਹਿ ਸਕਦੇ ਹਾਂ। ਜੀ। ਪਰ ਇਹਦੇ ਕੇਸ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਵੀ ਅਣਗਿਣਤ ਗਲਤ ਕੰਮ ਕੀਤੇ ਹੋਏ ਆ। ਬਿਲਕੁਲ। ਜੇ ਉਹ ਸਹੀ ਕੇਸ ਇਹਦੇ ਤੇ ਪੈਂਦੇ ਆ ਉਹ ਤਾਂ ਵਿਕਟਮਾਈਜੇਸ਼ਨ ਨਹੀਂ। ਬਿਲਕੁਲ। ਚਲੋ ਫੇਰ ਵੀ ਹਾਈ ਕੋਰਟ ਵੱਲੋਂ ਇਹਨਾਂ ਨੂੰ ਉਹ ਰਾਹਤ ਮਿਲ ਗਈ ਹੈ ਵੀ ਜੇ ਇਹਨਾਂ ਦੇ ਸਰਵਿਸ ਕਾਲ ਦੇ ਵਿੱਚ ਕੋਈ ਵੀ ਜਿਹੜੇ ਇਹਨਾਂ ਤੋਂ ਗਲਤ ਕੰਮ ਹੋਇਆ ਉਹ ਕੇਸ ਪਾ ਕੇ ਇਹਨਾਂ ਨੂੰ ਅਰੈਸਟ ਕਰਨਾ ਹੈ ਤਾਂ ਉਹ 7 ਦਿਨ ਦਾ ਇਹਨਾਂ ਨੂੰ ਨੋਟਿਸ ਦੇਣਾ ਪਊਗਾ। ਅੱਛਾ ਜੀ। 3 ਚੀਜ਼ਾਂ ਤਾਂ ਇਹ ਇਹਨਾਂ ਦੇ ਕੇਸ 'ਚ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਹੋਈਆਂ ਨੇ ਪਿਛਲੇ ਕੁਝ ਦਿਨਾਂ 'ਚ ਉਹ ਹੈ। ਜੀ। ਇੱਕ ਉਦੋਂ ਗਾਂਹ ਹੁਣ ਇੱਕ ਰਿਪੋਰਟ ਆਈ ਹੈ, ਆਲਮੋਸਟ ਠੀਕ ਹੀ ਹੋਊਗੀ ਮੇਰਾ ਖਿਆਲ ਹੈ। ਠੀਕ ਹੈ, ਕਨਫਰਮ ਨਹੀਂ ਹੈ ਜੀ। ਆਲਮੋਸਟ ਕਨਫਰਮ ਵਾਂਗੂ ਹੀ ਕਹਿ ਸਕਦੇ ਆ ਕਿਉਂਕਿ ਮੈਨੂੰ ਅੱਜ ਹੁਣੇ ਥੋੜਾ ਚਿਰ ਪਹਿਲਾਂ ਹੀ ਪਤਾ ਲੱਗਿਆ, ਹਲੇ ਉਹ ਪ੍ਰੈਸ ਵਗੈਰਾ 'ਚ ਨਹੀਂ ਕਿਤੇ ਆਈ ਜੀ, ਕਿ ਜਿਹੜਾ ਬਾਈਬਲ ਗੋਲੀ ਕਾਂਡ ਹੈ ਜੀ, ਜਿਹੜੀ ਬੇਅਦਬੀ ਹੋਈ ਸੀਗੀ ਬਿਲਕੁਲ ਮੋਰਚੇ ਤੇ ਬਰਗਾੜੀ ਵਾਲੀ, ਜੀ, ਉਸ ਕੇਸ ਦੇ ਵਿੱਚ ਜਿਹੜੀ ਬਾਈਬਲ ਕਲਾਂ ਗੋਲੀ ਚੱਲੀ ਸੀ ਜੀ, ਜਿਹਦੇ 'ਚ 2 ਬੰਦੇ ਮਾਰੇ ਵੀ ਗਏ ਸੀਗੇ, ਜੀ, ਇੱਕ ਆਪਣੇ ਗੁਰਜੀਤ ਸਿੰਘ ਜੀ, ਤੇ ਕ੍ਰਿਸ਼ਨ ਭਗਵਾਨ ਸਿੰਘ, ਉਹ ਮਾਰੇ ਗਏ ਸੀਗੇ ਜੀ। ਉਸ ਕੇਸ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ। ਅੱਛਾ ਜੀ। 2 ਜਣਿਆਂ ਨੂੰ ਇਹਨਾਂ ਨੂੰ ਕੀਤਾ ਗਿਆ। ਦੂਸਰੇ ਕੌਣ ਨੇ? ਦੂਸਰੇ ਹੈਗੇ ਜੀ ਉਮਰਾ ਨੰਗਲ, ਜਿਹੜੇ ਪਰਮਰਾਜ ਸਿੰਘ ਉਮਰਾ ਨੰਗਲ ਸਸਪੈਂਡਡ IG ਨੇ। ਅੱਛਾ ਜੀ। ਪਰਮਰਾਜ ਸਿੰਘ ਉਮਰਾ ਨੰਗਲ, ਜੀ। ਇਹ ਦੋਵਾਂ ਬੰਦਿਆਂ ਦਾ ਨਾਂ ਉਹਦੇ 'ਚ ਪਾਤਾ ਗਿਆ ਹੈਗਾ। ਜੀ। ਬਾਜਾ ਖਾਨਾ ਸ਼ਾਇਦ ਪੁਲਿਸ ਖਾਨਾ ਉੱਥੇ ਪੈਂਦਾ ਪੁਲਿਸ ਸਟੇਸ਼ਨ ਜੀ, ਤੇ ਉੱਥੇ ਇਹ ਕਸਬਾ ਜਿਹੜਾ ਉੱਥੇ ਪੁਲਿਸ ਸਟੇਸ਼ਨ 'ਚ ਉਹ ਜਿਹੜੀ FIR 'ਚ ਇਹਦਾ ਨਾਂ ਪਾਤਾ ਗਿਆ ਹੈ। ਉਹਦੇ 'ਚ ਇੱਕ ਤਾਂ ਇਹਨਾਂ ਤੇ ਬਣਦਾ ਹੈਗਾ ਅਟੈਂਪਟ ਟੂ ਮਰਡਰ, ਕੌਨਸਪੀਰੇਸੀ ਤੇ ਆਰਮਸ ਐਕਟ ਦੇ ਕੁਝ ਸੈਕਸ਼ਨ ਨੇ, ਉਹ ਪਤਾ ਲੱਗਿਆ ਜੀ ਵੀ ਇਹਨਾਂ ਨੂੰ ਉਹਦੇ 'ਚ ਨਾਮਜ਼ਦ ਕਰਤਾ ਗਿਆ। ਇੱਕ ਤਾਂ ਇਹ ਇਹਨਾਂ ਦੀ ਹੁਣ ਨਵੀਂ ਤਕਲੀਫ ਹੋਰ ਵੱਧ ਜਾਣੀ ਹੈ। ਪਹਿਲਾਂ ਇਹ ਬਲਵੰਤ ਸਿੰਘ ਮੁਲਤਾਨੀ ਵਾਲਾ ਚੱਲ ਰਿਹਾ ਹੈ, ਇੱਧਰ ਵੀ ਨਾਮਜ਼ਦ ਹੋ ਗਏ। ਤੀਜਾ ਜਿਹੜਾ ਮੁਲਤਾਨੀ ਕੇਸ ਦੇ ਵਿੱਚ ਇੱਕ ਹੋਰ ਵੱਡੀ ਗੱਲ ਹੋਈ ਹੈ ਜਿਹਦੇ ਨਾਲ ਇਹਨਾਂ ਦੇ ਫਸਣ ਦੇ ਚਾਂਸਸ ਹੋਰ ਵੱਧ ਰਹੇ ਹੈ, ਉਹ ਹੈਗਾ ਡਾਕਟਰ ਭਗਵਾਨ ਸਿੰਘ। ਇਹਨਾਂ ਦੇ ਪੁਰਾਣੇ ਲਿਹਾਜੀ ਵੀ ਨੇ ਉਹ, ਜਦੋਂ ਇਹ ਯੂਨੀਵਰਸਿਟੀ 'ਚ ਪੜ੍ਹਦੇ ਸੀਗੇ ਸੈਣੀ, ਉੱਥੇ ਪੋਲੀਟੀਕਲ ਸਾਇੰਸ ਦੀ ਸ਼ਾਇਦ ਇਹ MA ਕੀਤੀ ਹੈ। ਉਸ ਵਕਤ ਡਾਕਟਰ ਭਗਵਾਨ ਸਿੰਘ ਉੱਥੇ ਰਿਸਰਚ ਸਕਾਲਰ ਸੀ ਜੀ, ਤੇ ਇਹਨਾਂ ਨੂੰ ਉਹ ਜਾਣਦੇ ਵੀ ਹੈ। ਉਦੋਂ ਦੀ ਕਾਰਗੁਜ਼ਾਰੀ ਵੀ ਉਹਨਾਂ ਨੇ ਦੱਸੀ ਹੈ ਕਿ ਉਦੋਂ ਵੀ ਇਹ ਕਾਫੀ ਗੁੰਡਾਗਰਦੀ ਟਾਈਪ ਬੰਦਾ ਸੀਗਾ, ਇਸ ਕਰਕੇ ਕੁੱਟਿਆ ਕੱਟਿਆ ਵੀ ਸੀਗਾ ਸੈਣੀ ਨੂੰ ਯੂਨੀਵਰਸਿਟੀ 'ਚ ਮੁੰਡਿਆਂ ਨੇ। ਤੇ ਬਾਅਦ ਦਾ ਵੀ ਉਹ ਦੱਸਦੇ ਆ ਵੀ ਮੈਨੂੰ ਵੀ ਇੰਟਰੋਗੇਸ਼ਨ ਲਈ ਬੁਲਾਇਆ ਸੀ। ਅੱਛਾ ਜੀ। ਜਿਹੜਾ ਇਹ ਕੇਸ ਦੇ ਵਿੱਚ ਮੁਲਤਾਨੀ ਨੂੰ, ਬਲਵੰਤ ਸਿੰਘ ਮੁਲਤਾਨੀ ਨੂੰ ਮਾਰਿਆ ਗਿਆ ਜੀ, ਉਸ ਕੇਸ ਦੀ ਇਨਵੈਸਟੀਗੇਸ਼ਨ ਲਈ ਉਦੋਂ ਬਾਅਦ 'ਚ ਮੈਨੂੰ ਵੀ ਬੁਲਾਇਆ ਸੀ ਕਹਿੰਦੇ ਡਾਕਟਰ ਭਗਵਾਨ ਸਿੰਘ। ਅੱਛਾ ਜੀ। ਉਹ ਕਹਿੰਦੇ ਉਸ ਵਕਤ ਮੈਨੂੰ ਜਦੋਂ ਡਰਾ ਧਮਕਾ ਰਹੇ ਸੀਗੇ, ਟੌਰਚਰ ਵੀ ਮੈਨੂੰ ਕੀਤਾ ਜੀ। ਜਦੋਂ ਮੈਨੂੰ ਡਰਾਇਆ ਧਮਕਾਇਆ ਉਦੋਂ ਉਹਨਾਂ ਨੇ ਮੈਨੂੰ ਡਰਾਉਂਦਿਆਂ ਹੋਇਆ ਇਹ ਗੱਲ ਕਹੀ ਹੈ ਵੀ ਮੁਲਤਾਨੀ ਨੂੰ ਵੀ ਮੈਂ ਮਾਰਤਾ। ਉਸ ਤੋਂ ਪਹਿਲਾਂ ਰਜਿੰਦਰ ਸਿੰਘ ਬੁਲਾਰਾ ਜਿਹੜੇ ਸੀਗੇ, ਡਾਕਟਰ ਰਜਿੰਦਰ ਸਿੰਘ ਬੁਲਾਰਾ, ਜਿਨ੍ਹਾਂ ਦੀ ਵਾਈਫ ਬੀਬੀ ਰਜਿੰਦਰ ਕੌਰ ਬਾਅਦ 'ਚ MP ਵੀ ਰਹੀ ਹੈ, ਉਹਦਾ ਸਪੈਸੀਫਿਕਲੀ ਨਾਂ ਲੈ ਕੇ ਕਿਹਾ ਵੀ ਆਹ ਰਜਿੰਦਰ ਕੌਰ ਹੁਣ ਰੋਂਦੀ ਫਿਰਦੀ ਹੈ, ਇਹਦਾ ਘਰ ਵਾਲਾ ਵੀ ਰਜਿੰਦਰਪਾਲ ਵੀ ਮੈਂ ਮਾਰਿਆ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਇਹਨਾਂ ਨੇ ਗੱਲ ਸਾਹਮਣੇ ਗੱਲ ਕਹੀ ਹੈ ਜਦੋਂ ਇਹਨੂੰ ਡਰਾ ਧਮਕਾ ਰਹੇ ਸੀਗੇ ਵੀ ਤੈਨੂੰ ਵੀ ਨਹੀਂ ਛੱਡਣਾ ਜੀ। ਤੇ ਉਹ ਉਹਨੂੰ ਡਰਾਉਣ ਲਈ ਨਾਲ ਇਹ ਦੋਨੋਂ ਨਾਂ ਉਹਨਾਂ ਨੇ ਲੈ ਕੇ ਕਹੇ ਆ। ਉਹਨਾਂ ਨੇ ਹੁਣ ਕੋਰਟ ਦੇ ਵਿੱਚ ਇਹ ਐਵੀਡੈਂਸ ਦੇਤਾ ਹੈ। ਠੀਕ ਹੈ ਜੀ। ਤੇ ਇਹ ਇੱਕ ਹੋਰ ਇਹਦੇ ਲਈ ਤਕਲੀਫ ਵੱਧ ਗਈ ਹੈ। ਮੈਂ ਬਾਈਬਲ ਕਲਾਂ ਗੋਲੀ ਕਾਂਡ ਦੀ ਗੱਲ ਥੋੜ੍ਹੀ ਜਿਹੀ ਕਰਦੇ ਹਾਂ। ਅਕਾਲੀ ਸਰਕਾਰ ਦੇ ਵੇਲੇ ਸਭ ਕੁਝ ਹੋਇਆ ਅਤੇ ਪੁਸ਼ਤ ਪਨਾਹੀ ਸੀ, ਜਿਵੇਂ ਤੁਸੀਂ ਕਿਹਾ ਸੀ ਕਿ ਕੁਛ ਇਹੋ ਜਿਹੀਆਂ ਏਜੰਸੀਆਂ ਵੀ ਕੰਮ ਕਰਦੀਆਂ ਨੇ ਜਿਹੜੀਆਂ ਭਾਵੇਂ ਕਿ ਸਟੇਟ ਦਾ ਕੰਮ ਹੈ ਪੁਲਿਸਿੰਗ ਨੂੰ ਚੈੱਕ ਕਰਨਾ ਅਤੇ ਪੁਲਿਸਿੰਗ ਦੇਖਣੀ, ਪਰ ਫਿਰ ਵੀ ਕੁਛ ਕੇਂਦਰ ਦੀਆਂ ਏਜੰਸੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਓਵਰ ਰੂਲ ਕਰਦੀਆਂ ਨੇ। ਇਹ ਕੁਝ ਇਹੋ ਜਿਹੀ ਸਪੋਰਟ ਉਹਨਾਂ ਨੂੰ ਹਾਸਲ ਸੀ ਅਕਾਲੀ ਦਲ ਨੂੰ, ਜਿਹਦੇ ਕਰਕੇ ਉਹਨਾਂ ਦਾ ਕੁਝ ਬਚਾਅ ਹੋ ਰਿਹਾ ਸੀ ਹੁਣ ਤੱਕ। ਇਹ ਕੇਂਦਰ ਵਿੱਚ ਉਹ ਭਾਈਵਾਲ ਸਨ। ਤੁਹਾਨੂੰ ਲੱਗਦਾ ਕਿ ਉਹਨਾਂ ਦੀ ਵੀ ਮੁਸ਼ਕਿਲਾਂ ਵੱਧ ਸਕਦੀਆਂ? ਤਾਂ ਕੁਛ ਨਾ ਕੁਛ ਫਰਕ ਤਾਂ ਪੈ ਸਕਦਾ ਜੀ, ਕਿਉਂਕਿ BJP ਦੀ ਸਪੋਰਟ ਤਾਂ ਕੋਲ ਫਰਕ ਪਊਗਾ ਜੀ।
ਜੀ ਪਰ ਇਹ ਆ ਵੀ ਪੁਲਿਸ ਬੇਸਿਕਲੀ ਤਾਂ ਜਿਹੜੀ ਹੈਗੀ ਉਹ ਸਟੇਟ ਸਬਜੈਕਟ ਹੈ ਜੀ। ਤੇ ਉਸ ਹਿਸਾਬ ਨਾਲ ਦੇਖਦੇ ਆ ਤਾਂ ਕਾਂਗਰਸ ਇਸ ਵਕਤ ਪੰਜਾਬ ਦੇ ਵਿੱਚ ਪਾਵਰ 'ਚ ਹੈ। ਠੀਕ ਹੈ ਜੀ। ਤੇ ਅਕਾਲੀ ਦਲ ਦਾ ਉਹਨਾਂ ਨਾਲ ਪਹਿਲਾਂ ਵੀ ਕੋਈ ਹੋਇਆ ਸੰਬੰਧ ਨਹੀਂ ਹੈਗਾ, ਉਹਦੇ 'ਚ ਕੋਈ ਬਾਹਲਾ ਫਰਕ ਨਹੀਂ ਪੈਣਾ, ਤੇ ਜੇ ਗਿਲਟੀ ਹੋਣਗੇ ਤਾਂ ਇਹਨਾਂ ਦਾ ਵੀ ਸਾਹਮਣੇ ਆ ਸਕਦਾ ਹੈ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਆਪਾਂ। ਜਿਹੜੀ ਪੁਲਿਸ ਸਟੇਟ ਸਬਜੈਕਟ ਹੈ, ਪਰ ਦਿੱਲੀ ਇੱਕ ਅਜਿਹਾ ਸੂਬਾ ਵੀ ਕਹਿ ਲਓ ਜਾਂ ਉਹਨੂੰ ਪੂਰੇ ਰਾਜ ਦੇ ਅਧਿਕਾਰ ਵੀ ਨਹੀਂ ਹੈ। ਕੇਜਰੀਵਾਲ ਬੜਾ ਲੰਬੇ ਸਮੇਂ ਤੋਂ ਪਿੱਟਦੇ ਆਏ ਨੇ ਕਿ ਜਿਹੜੀ ਦਿੱਲੀ ਦੀ ਪੁਲਿਸ ਆ ਮੇਰੇ ਅਧਿਕਾਰ ਖੇਤਰ 'ਚ ਨਹੀਂ ਆਉਂਦੀ। ਉਹ ਕਿਹਦੇ ਆਉਂਦੀ ਹੈ, ਕੇਂਦਰ ਸਰਕਾਰ ਦੇ ਆ ਜਾਂ ਕਿਸੇ ਹੋਰ ਦੇ ਆ, ਇਹ ਵੀ ਸਾਨੂੰ ਦੱਸੋ। ਤੇ ਦੂਸਰਾ ਇਹ ਦੱਸੋ ਕਿ ਦਿੱਲੀ ਦੀ ਪੁਲਿਸ ਦੀ ਕਾਰਜਕਾਰੀ ਤੇ ਜੋ ਉਂਗਲਾਂ ਅਜ ਤੱਕ ਉੱਠੀਆਂ ਨੇ, ਹਾਲਾਂਕਿ ਆਮ ਆਦਮੀ ਪਾਰਟੀ ਦੇ MLA ਗ੍ਰਿਫਤਾਰ ਵੀ ਕੀਤੇ ਗਏ, ਉਹਨਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਗਏ, ਘਰੇਲੂ ਹਿੰਸਾ ਦੇ ਦੋਸ਼ਾਂ ਦੇ ਵਿੱਚ ਫੜ ਕੇ ਵੀ ਉਹਨਾਂ ਨੂੰ ਕਈ ਦਿਨ ਗ੍ਰਿਫਤਾਰ ਕਰਕੇ ਰੱਖਿਆ ਗਿਆ, ਦਿੱਲੀ ਦੰਗੇ ਵੀ ਹੋਏ, ਪੁਲਿਸ ਦੀ ਕਾਰਜਕਾਰੀ ਬਹੁਤੀ ਸਾਫ਼ ਸੁਥਰੀ ਨਹੀਂ। ਸਮਾਜਿਕ ਕਾਰਕੁਨਾਂ 'ਤੇ ਕੇਸ ਚਲਾਏ ਗਏ ਨੇ ਹੁਣ ਪਿਛਲੇ ਦਿਨਾਂ ਦੇ ਵਿੱਚ। ਤੇ ਹੁਣ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਜੂਲੀਅਸ ਫਰਾਂਸਿਸ ਰਬੇਰੋ, JF ਰਬੇਰੋ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਪੰਜਾਬ ਦੇ ਵਿੱਚ ਉਹ ਰਹੇ ਨੇ, ਲੰਬਾ ਸਮਾਂ DGP ਰਹੇ ਨੇ, ਵਿਵਾਦਗ੍ਰਸਤ DGP ਸਨ। ਉਹਨਾਂ ਨੇ ਕੋਈ ਚਿੱਠੀ ਲਿਖੀ ਹੈ ਦਿੱਲੀ ਪੁਲਿਸ ਦੇ ਮੁਖੀ ਨੂੰ। ਉਹ ਚਿੱਠੀ ਕੀ ਆ ਤੇ ਦਿੱਲੀ ਪੁਲਿਸ ਦੀ ਕਾਰਜਕਾਰੀ ਦੇ ਬਾਰੇ ਕੀ ਉਹਨਾਂ ਨੇ ਸਵਾਲ ਉਠਾਏ ਨੇ, ਇਹ ਗੱਲ ਸਾਨੂੰ ਦੱਸੋ ਜੀ। ਉਹ ਦਿੱਲੀ ਪੁਲਿਸ ਦੀ ਜਿਹੜੀ ਤੁਸੀਂ ਪਹਿਲਾਂ ਗੱਲ ਪੁੱਛੀ ਹੈ ਵੀ ਉਹ ਕੇਂਦਰ ਸਰਕਾਰ ਦੇ ਅੰਡਰ ਆਉਂਦੀ ਹੈ, ਬਿਲਕੁਲ ਦਿੱਲੀ ਸਰਕਾਰ ਦੇ ਥੱਲੇ ਨਹੀਂ ਆਉਂਦੀ ਜੀ। ਤੇ ਕਾਰਗੁਜ਼ਾਰੀ ਉਹਨਾਂ ਦੀ ਕਾਫੀ ਧੱਕੇ ਵਾਲੀ ਰਹੀ ਹੈ ਜੀ। ਈਵਨ ਜਿਹੜੇ ਤੁਸੀਂ ਆਪ ਵੀ ਗੱਲ ਕੀਤੀ ਹੈ ਵੀ MLA ਜਿਹੜੇ ਸਰਕਾਰ ਦੇ ਹੈਗੇ ਜੀ, ਆਮ ਆਦਮੀ ਪਾਰਟੀ ਦੇ, ਜੀ, ਉਹਨਾਂ ਤੇ ਵੀ ਕੇਸ ਕੀਤੇ ਗਏ, ਉਹਨਾਂ ਨਾਲ ਵੀ ਕਾਫੀ ਨਜਾਇਜ਼ ਕੀਤੀ ਗਈ ਜੀ। ਤੇ ਜਿਹੜੀ ਹੁਣ ਗੱਲ ਚੱਲ ਰਹੀ ਹੈ, ਜੀ। ਜਿਹੜੀ ਤਾਜੀ ਤੁਸੀਂ ਪੁੱਛੀ ਹੈ ਰਬੇਰੋ ਦੀ ਚਿੱਠੀ ਬਾਰੇ, ਜੀ, ਉਹ ਜਿਹੜੇ ਦਿੱਲੀ ਦੇ ਪੁਲਿਸ ਚੀਫ ਨੇ ਸ੍ਰੀਵਾਸਤਵ, ਜੀ। SN ਸ੍ਰੀਵਾਸਤਵ ਨੇ, ਜੀ, ਜੀ, ਉਹਨਾਂ ਨੂੰ ਚਿੱਠੀ ਲਿਖੀ ਹੈ ਰਬੇਰੋ ਨੇ, ਜੀ, JF ਰਬੇਰੋ ਨੇ, ਜੀ, ਤੇ ਉਹਨੇ ਉਹਨੂੰ ਕਿਹਾ ਹੈਗਾ ਵੀ ਤੁਹਾਨੂੰ ਐਜ਼ ਪੁਲਿਸ ਚੀਫ ਕੋਈ ਪਾਰਸ਼ੈਲਿਟੀ ਨਹੀਂ ਕਰਨੀ ਚਾਹੀਦੀ, ਅੱਛਾ ਜੀ। ਇੰਪਾਰਸ਼ਲ ਰਹਿ ਕੇ ਤੁਹਾਨੂੰ ਕੰਮ ਕਰਨਾ ਚਾਹੀਦਾ। ਉਹਨਾਂ ਦੀ ਕਾਰਜਕਾਰੀ ਤੇ ਸਵਾਲ ਉਹਨਾਂ ਦੀ ਉਠਾਏ। ਕਾਰਗੁਜ਼ਾਰੀ ਤੋਂ ਸਵਾਲ ਉਠਾਇਆ ਵੀ ਤੁਸੀਂ ਇੰਪਾਰਸ਼ਲ ਨਹੀਂ ਹੈਗੇ, ਅੱਛਾ ਤੁਸੀਂ ਇੱਕ ਪਾਸੜ ਹੋ ਕੇ ਚੱਲਦੇ ਹੋ, ਤੁਸੀਂ ਨਜਾਇਜ਼ ਕੀਤੀ ਹੈ, ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਗਲਤ ਹੈ। ਜੀ। ਇਹਦੇ ਜਵਾਬ 'ਚ ਸ੍ਰੀਵਾਸਤਵ ਨੇ ਇਹਨਾਂ ਨੂੰ ਇੱਕ ਚਿੱਠੀ ਲਿਖੀ। ਫਿਰ ਉਹ ਕਹਿੰਦਾ ਵੀ ਨਹੀਂ, ਮੈਂ ਜੋ ਕਰ ਰਿਹਾ ਉਹ ਕਾਨੂੰਨ ਮੁਤਾਬਕ ਕਰ ਰਿਹਾ, ਕੁਝ ਵੀ ਗਲਤ ਨਹੀਂ ਹੋ ਰਿਹਾ। ਜੀ। ਇਹਨਾਂ ਨੇ ਫਿਰ ਇੱਕ ਹੋਰ ਜੋ ਉਹਦੇ ਜਵਾਬ 'ਚ ਲਿਖੀ, ਜੀ। ਇਹ ਕਹਿੰਦੇ ਵੀ ਮੈਂ ਕਿਵੇਂ ਮੰਨ ਸਕਦਾ ਵੀ ਜਿਹੜਾ ਤਾਂ ਤੇਰੇ ਕੁਝ ਬੰਦਿਆਂ ਤੇ ਤੂੰ ਕੇਸ ਪਾਏ ਹੈ, ਜੀ। ਜਿਨ੍ਹਾਂ 'ਚੋਂ 18 ਦੇ ਆਸੇ-ਪਾਸੇ ਤਾਂ PhD ਸਟੂਡੈਂਟਸ ਨੇ, ਅੱਛਾ ਜੀ। ਉਹਨਾਂ 'ਚੋਂ ਮੈਜੋਰਿਟੀ ਜਿਹੜੇ ਹੈਗੇ ਉਹ ਜਾਂ ਤਾਂ ਮੁਸਲਮਾਨ ਨੇ, ਜੀ। ਜਿਹੜੇ ਮੁਸਲਮਾਨ ਨਹੀਂ ਹੈਗੇ ਉਹ ਲੈਫਟਿਸਟ ਲਾਈਨੇ ਵਾਲੇ ਆ। ਬਿਲਕੁਲ। ਇਹ ਦੋਏ ਜਿਹੜੇ ਹੈਗੇ ਇਹ BJP ਦੀ ਲਾਈਨ ਤੇ ਆ, ਫਾਇਰਿੰਗ ਰੇਂਜ ਲਾਈਨ ਤੇ ਨੇ, ਤੇ ਕੇਸ ਪਾਏ ਜਾਏ ਦੇਸ਼ ਧਰੋਹ ਦੇ। ਕੇਸ ਪਾ ਰਹੇ ਹੋ ਜੀ। ਤੇ ਇਸ ਕਰਕੇ ਇੱਕ ਤਾਂ ਇਹ ਚੀਜ਼ ਮੈਂ ਬਿਲਕੁਲ ਨਹੀਂ ਮੰਨ ਸਕਦਾ ਵੀ ਤੂੰ ਇੰਪਾਰਸ਼ਲ ਹੈ। ਦੂਜੇ ਪਾਸੇ ਜਿਹੜੇ ਬੰਦਿਆਂ ਨੇ ਸੱਚੀ ਭੜਕਾਊ ਭਾਸ਼ਣ ਕੀਤੇ ਆ, ਜੀ, ਜਿਹਦੇ 'ਚ ਕਪਲ ਮਿਸ਼ਰਾ ਆ ਜਾਂਦਾ ਹੈਗਾ, ਜੀ, ਅਨੁਰਾਗ ਠਾਕਰ ਹੈ, ਜੀ, ਪ੍ਰਵੇਸ਼ ਵਰਮਾ ਹੈ, ਇਹਨਾਂ ਨੇ ਤਾਂ ਬਾਈ ਨੇਮ ਉਹਨੇ ਤਿੰਨਾਂ ਦਾ ਲਿਖਿਆ ਜੀ, ਵੀ ਇਹ ਬੰਦਿਆਂ ਨੂੰ ਛੱਡਿਆ ਜਾਣਾ ਕਿਸੇ ਕੀਮਤ ਤੇ ਵੀ ਕੋਈ ਬੰਦਾ ਮੰਨ ਨਹੀਂ ਸਕਦਾ ਵੀ ਇਹ ਛੱਡੇ ਗਏ ਹੈ, ਤਾਂ ਜਿਹੜਾ ਛਡਾਉਣ ਵਾਲਾ ਬੰਦਾ ਹੈਗਾ ਉਹ ਇੰਪਾਰਸ਼ਲ ਹੈ। ਤੇ ਜਿਨ੍ਹਾਂ ਦੇ ਬਾਰੇ ਸਾਬਤ ਹੀ ਨਹੀਂ ਕਿ ਉਹਨਾਂ ਨੇ ਭਾਸ਼ਣ ਕੀਤਾ ਜਾਂ ਨਹੀਂ ਕੀਤਾ, ਉਹਨਾਂ ਤੇ ਕੇਸ ਪਾਏ ਨੇ ਦੇਸ਼ ਧਰੋਹ ਦੇ। ਇੰਪਾਰਸ਼ੈਲਿਟੀ ਕਿੱਥੋਂ ਹੋਊਗੀ? ਜੀ। ਹੁਣ ਗੱਲ ਇਹ ਆ ਜਾਂਦੀ ਹੈ ਵੀ ਇੱਕ ਰਬੇਰੋ ਵਰਗਾ ਬੰਦਾ ਜੀ। ਜਿਹੜਾ ਆਪ ਧੱਕੇ ਕਰਨ ਦੇ ਵਿੱਚ ਵੀ ਮਸ਼ਹੂਰ ਰਿਹਾ, ਜੀ। ਉਹ ਵੀ ਇਹ ਫੀਲ ਕਰਦਾ ਹੈ ਕਿ ਦਿੱਲੀ ਦੇ ਵਿੱਚ ਧੱਕੇ ਕੀਤੇ ਗਏ ਆ। ਜੀ। ਤੇ ਉਹਨੇ ਦੇਖੋ ਆਪ ਵੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਕ੍ਰੀਏਟ ਕੀਤੇ ਸੀ। ਜੀ। ਸਭ ਤੋਂ ਵੱਧ ਬਦਨਾਮ ਜੇ ਕੋਈ ਪੁਲਿਸ ਅਫਸਰ ਰਿਹਾ ਪੰਜਾਬ ਦੇ ਵਿੱਚ ਚੀਫ ਦੇ ਤੌਰ ਤੇ ਸਾਰੇ ਪਾਸਿਓਂ, ਜੀ। ਜਿਹੜੇ ਤਾਂ ਲੋਕ ਮਾਰੇ ਜਾਂਦੇ ਸੀਗੇ ਨਜਾਇਜ਼, ਸਿੱਖਾਂ ਵੱਲੋਂ ਤਾਂ ਉਹਨੂੰ ਮਾੜਾ ਕਿਹਾ ਹੀ ਜਾਂਦਾ ਸੀ। ਜਿਹੜੇ ਆਮ ਜਿਹੜਾ ਦੂਜਾ ਤਬਕਾ ਹੈਗਾ, ਹਿੰਦੂ ਕਹਿ ਲਓ ਜਾਂ ਜਿਹੜੇ ਸੈਂਟਰ ਦੇ ਨਾਲ ਸਿੱਖਾਂ ਦੇ ਉਸ ਵਕਤ ਦੇ ਮਿਲੀਟੈਂਸੀ ਦੇ ਉਲਟ ਗੱਲ ਕਰਦੇ ਸੀਗੇ, ਜੀ। ਉਹ ਬੰਦੇ ਕਹਿੰਦੇ ਸੀ ਤੇਰੀ ਕਾਰਗੁਜ਼ਾਰੀ ਕੁਛ ਨਹੀਂ ਗੀ। ਜੀ। ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਇਹ ਹਿੱਟ ਲਿਸਟ ਕਹਿੰਦਾ ਸੀਗਾ ਵੀ ਇੰਨੇ ਹਾਰਡਕੋਰ ਮਿਲੀਟੈਂਟ ਹੈਗੇ, ਉਹਨਾਂ ਦੀ ਗਿਣਤੀ ਫੇਰ ਵੀ ਵੱਧ ਗਈ ਇਹਦੇ ਇੰਨੇ ਮਾਰਨ ਤੋਂ ਬਾਵਜੂਦ। ਜੀ। ਮਤਲਬ ਇੰਨਾ ਇੱਕ ਵਿਵਾਦਗ੍ਰਸਤ ਇਸ ਵਕਤ ਇੱਥੇ ਰਿਹਾ, ਉਹ ਵੀ ਦਿੱਲੀ ਦੀ ਕਾਰਗੁਜ਼ਾਰੀ ਨੂੰ, ਪੁਲਿਸ ਦੀ ਨੂੰ ਤੇ ਉਹ ਕਿੰਨੀ ਕੁ ਵਧੀਆ ਹੋਵੇਗੀ ਦਿੱਲੀ ਦੀ, ਕਿੰਨੀ ਕੁ ਵਧੀਆ ਹੋਊਗੀ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ। ਠੀਕ ਹੈ ਜੀ। ਗਰੇਵਾਲ ਸਾਹਿਬ, ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਜਲਦੀ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਪ ਜੀ ਦੀ ਕਚਹਿਰੀ ਵਿੱਚ ਫਿਰ ਤੋਂ ਆਵਾਂਗੇ।